ਚਰਚਾ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ। ਪਿਆਰੇ ਦਰਸ਼ਕੋ, ਜਿਸ ਤਰ੍ਹਾਂ 1 ਸਾਲ ਤੋਂ ਵੱਧ ਸਮਾਂ ਪੰਜਾਬ 'ਚ ਹੋ ਗਿਆ ਤੇ 11 ਮਹੀਨੇ ਲਗਭਗ ਦਿੱਲੀ 'ਚ ਬੈਠਿਆਂ ਨੂੰ ਕਿਸਾਨਾਂ ਨੂੰ ਹੋ ਚੁੱਕੇ ਨੇ ਆਪਣੀਆਂ ਮੰਗਾਂ ਲੈ ਕੇ ਤਿੰਨੇ ਕਾਨੂੰਨ ਰੱਦ ਕਰਾਉਣ ਦੇ ਸਿਲਸਿਲੇ ਦੇ ਵਿੱਚ। ਉਹਨਾਂ ਨੇ ਸ਼ੁਰੂ 'ਚ ਇੱਕ ਗੱਲ ਕਹੀ ਸੀ ਕਿ ਅਸੀਂ ਸਿਆਸੀ ਪਾਰਟੀਆਂ ਨੂੰ ਆਪਣੇ ਮੰਚ ਤੇ ਨਹੀਂ ਚੜ੍ਹਨ ਦੇਣਾ। ਫਿਰ ਫੈਸਲਾ ਇਹ ਹੋਇਆ ਸੀ ਕਿ ਭਾਰਤੀ ਜਨਤਾ ਪਾਰਟੀ ਤੇ ਉਹਦੀ ਸਹਿਯੋਗੀ ਪਾਰਟੀਆਂ ਜੋ ਕਿ ਹਰਿਆਣਾ 'ਚ ਜੇਜੇਪੀ ਹੈ ਕਿ ਉਹਦਾ ਵਿਰੋਧ ਕਰਾਂਗੇ। ਲੇਕਿਨ ਦੇਖਣ 'ਚ ਆਇਆ ਕਿ ਕਿਸਾਨਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਸ਼ੁਰੂ ਕਰਤਾ ਔਰ ਕਈ ਥਾਵਾਂ 'ਤੇ ਤਾਂ ਇਸ ਤਰ੍ਹਾਂ ਦੀ ਵੀ ਸਥਿਤੀ ਬਣੀ ਕਿ ਸਿਆਸੀ ਪਾਰਟੀਆਂ ਇਉਂ ਲੱਗਣ ਲੱਗ ਗਿਆ ਕਿ ਜਿਵੇਂ ਕਿਸਾਨ ਨਫ਼ਰਤ ਕਰ ਰਹੇ ਹੁੰਦੇ ਨੇ। ਪਰ ਮੈਂ ਕਈ ਵਾਰੀ ਉਲਟ ਦੇਖਦਾ ਕਿ ਜਿਹੜੇ ਸਿਆਸੀ ਲੋਕ ਕਿਸਾਨਾਂ ਲਈ ਖੜੇ ਨੇ ਉਹਨਾਂ ਲਈ ਤਾਂ ਕਿਸਾਨਾਂ ਨੂੰ ਘੱਟੋ ਘੱਟ ਸੋਚਣ ਦੀ ਲੋੜ ਹੈ। ਔਰ ਸਿਆਸੀ ਧਿਰਾਂ ਸਿਆਸਤ ਜਿਹੜੇ ਲੋਕ ਕਰ ਰਹੇ ਨੇ ਉਹ ਵੀ ਤਾਂ ਕਿਸਾਨਾਂ ਚੋਂ ਨੇ, ਉਹ ਵੀ ਤਾਂ ਲੋਕਾਂ ਚੋਂ ਨੇ, ਉਹ ਵੀ ਸਾਰੇ ਇੱਕ ਦੂਜੇ ਕੋਲ ਬਾਹਰੋਂ ਤਾਂ ਆਏ ਨਹੀਂ ਹੋਏ। ਇਹ ਕਿਸਾਨਾਂ ਨਾਲ ਕਈ ਵਾਰੀ ਗੱਲਬਾਤ ਵੀ ਹੋਈ, ਅਸੀਂ ਇਹ 'ਚ ਡਿਬੇਟ ਵੀ ਕੀਤੀ। ਹੁਣ ਜਿਵੇਂ ਪਿੱਛੇ ਲਖੀਮਪੁਰ ਦੀ ਘਟਨਾ ਤੋਂ ਬਾਅਦ ਜਿਸ ਦਿਨ ਭੋਗ ਸੀ ਉਸ ਦਿਨ ਜਿਸ ਤਰੀਕੇ ਨਾਲ ਮੈਂ ਦੇਖ ਰਿਹਾ ਸੀ ਪ੍ਰਿਯੰਕਾ ਗਾਂਧੀ ਆਉਂਦੀ ਹੈ, ਮੱਥਾ ਟੇਕਦੀ ਹੈ। ਮੰਨਿਆ ਕਿ ਤੁਸੀਂ ਸਟੇਜ ਤੇ ਕਿਸੇ ਨੂੰ ਨਹੀਂ ਬੋਲਣ ਦੇਣਾ, ਪਰ ਤੁਸੀਂ 9 ਬੋਲ ਸਕਦੇ ਹੋ, ਧੰਨਵਾਦ ਕਰ ਸਕਦੇ ਹੋ। ਪਹਿਲੇ ਦਿਨ ਹੀ ਅਗਲੀ 3 ਅਕਤੂਬਰ ਦੀ ਘਟਨਾ ਹੈ, ਰਾਤ ਨੂੰ ਕਿਸਾਨਾਂ ਦੇ ਹੱਕ 'ਚ ਖੜੀ ਹੈ। ਲੇਕਿਨ ਇਸ ਤਰ੍ਹਾਂ ਦੀ ਜਿਹੜੀ ਹੈ ਜਾਂ ਵਰੁਣ ਗਾਂਧੀ, ਪ੍ਰਿਯੰਕਾ ਗਾਂਧੀ, ਜਿੱਤੇ ਇਹਨਾਂ ਦੀ ਗੱਲ ਕਰੀਏ ਜਾਂ ਹੋਰ ਬਹੁਤ ਸਾਰੀਆਂ ਤਰ੍ਹਾਂ ਤੋਂ ਇਸ ਕਰਕੇ ਜਾਂ ਜਿਹੜੇ ਕਿਸਾਨ ਜਿਹੜੇ ਬੈਠੇ ਨੇ ਮੈਂਬਰ ਪਾਰਲੀਮੈਂਟ ਲੈ ਕੇ ਖੜੇ ਉੱਥੇ ਇਸ ਵਾਰ ਤੁਹਾਡਾ ਕਹਿਣਾ ਮੰਨ ਕੇ ਉਹਨਾਂ ਨੂੰ ਇਹ ਤਾਂ ਕਹਿ ਸਕਦੇ ਹੋ ਕਿ ਇਹ ਸਾਡੇ ਹੱਕ 'ਚ ਖੜੇ ਨੇ। ਲੇਕਿਨ ਬਹੁਤ ਸਾਰੇ ਕਿਸਾਨ ਇਹ ਸਮਝਦੇ ਨੇ ਕਿ ਇਹਨਾਂ ਤੋਂ ਅਸੀਂ ਦੂਰੀ ਬਣਾ ਕੇ ਰੱਖਣੀ ਹੈ। ਇੱਕ ਕਿਸਾਨ ਨੇਤਾ ਐਸਾ ਹੈ ਜਿਹਦੇ ਨਾਲ ਬਾਕੀ ਕਿਸਾਨ ਨੇਤਾ ਪੂਰੀ ਤਰ੍ਹਾਂ ਸਹਿਮਤ ਨਹੀਂ, ਬਲਕਿ ਬਲਵੀਰ ਸਿੰਘ ਰਾਜੇਵਾਲ ਦਾ ਵਿਰੋਧ ਵੀ ਕਰ ਰਿਹਾ। ਗੁਰਨਾਮ ਸਿੰਘ ਚੜੂਨੀ ਉਹ ਕਹਿੰਦਾ ਇਸ ਦਾ ਪਾਰਟੀ ਬਣਾਵਾਂਗੇ। ਪਹਿਲਾਂ ਵਪਾਰੀਆਂ ਨੇ ਪਾਰਟੀ ਬਣਾਈ, ਉਹ ਕਹਿੰਦੇ ਸਾਡਾ ਮੁੱਖ ਮੰਤਰੀ ਦਾ ਚਿਹਰਾ ਇਹ ਹੋਊਗਾ। ਚਲੋ ਉਹ ਗੱਲ ਆਈ ਗਈ ਹੋਈ, ਲੇਕਿਨ ਪਿਛਲੇ ਕੁਝ ਦਿਨਾਂ ਤੋਂ ਦੇਖਣ 'ਚ ਆਇਆ ਗੁਰਨਾਮ ਸਿੰਘ ਚੜੂਨੀ ਥਾਂ ਥਾਂ ਜਾ ਰਹੇ ਨੇ। ਉਹ ਕਹਿੰਦੇ ਨੇ ਪੰਜਾਬ 'ਚ ਅਸੀਂ ਕਿਸਾਨ ਪਾਰਟੀ ਬਣਾਉਣਗੇ ਤੇ ਸਿੱਧੇ ਤੌਰ ਤੇ ਲੜਾਂਗੇ। ਬਹੁਤ ਹੋ ਗਿਆ, ਅਸੀਂ ਤਾਂ ਹੁਣ ਆਪਣੀ ਜਿਹੜੀ ਹੈ ਪਾਰਟੀ ਬਣਾ ਕੇ ਆਪਣੀ ਸੱਤਾ ਪ੍ਰਾਪਤ ਕਰਕੇ ਆਪਣੇ ਮਸਲੇ ਹੱਲ ਕਰਾਂਗੇ, ਅਸੀਂ ਨਹੀਂ ਹੁਣ ਇਸ ਤਰ੍ਹਾਂ ਕਰਨਾ। ਇਹ ਗੁਰਨਾਮ ਸਿੰਘ ਚੜੂਨੀ ਦੀ ਸੋਚ ਹੈ। ਕੀ ਕਿਸਾਨ ਇਸ ਤਰ੍ਹਾਂ ਸਿੱਧੇ ਤੌਰ ਤੇ ਪਾਰਟੀ ਬਣਾ ਕੇ ਲੜਨ ਜਾਂ ਲੜ ਸਕਦੇ ਨੇ, ਜਾਂ ਇਹ ਗੱਲ ਸਹੀ ਹੈ ਉਹਨਾਂ ਦੀ, ਇਹ ਆਪਸ਼ਨ ਸਹੀ ਹੈ? ਇਹ ਤੇ ਲਗਾਤਾਰ ਚਰਚਾ ਹੋ ਰਹੀ ਹੈ। ਅੱਜ ਅਸੀਂ ਇਹ ਤੇ ਚਰਚਾ ਕਰਨੀ ਹੈ ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਨੇ, ਸਾਡੇ ਨਾਲ ਡਾਕਟਰ ਕੇਰ ਸਿੰਘ ਨੇ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਰਹੇ ਨੇ, ਪੋਲੀਟੀਕਲ ਸਾਇੰਸ ਵਿਭਾਗ ਹੈ ਜਿਹੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਖੀ ਰਹੇ ਨੇ, ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਨੇ, ਸਿਆਸੀ ਮਾਹਰ ਨੇ। ਤੇ ਸਾਡੇ ਨਾਲ ਕੈਨੇਡਾ ਕੈਲਗਰੀ ਤੋਂ ਅਖਬਾਰ ਨਿਕਲਦਾ ਜਿਹੜਾ ਪੰਜਾਬ ਹੈਰੀਟੇਜ ਉਹਦੇ ਐਡੀਟਰ ਡਾਕਟਰ ਸਤਨਾਮ ਸਿੰਘ ਸੰਧੂ ਨੇ। ਸੰਧੂ ਸਾਹਿਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਡਿਸਟੈਂਸ ਐਜੂਕੇਸ਼ਨ ਦੇ ਮੁਖੀ ਨੇ, ਡੀਨ ਨੇ। ਤੇ ਨਾਲ ਸਾਡੇ ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੇ ਕਾਲਜਾਂ ਦੇ ਡੀਨ ਰਹੇ ਨੇ ਡਾਕਟਰ ਰਜਿੰਦਰਪਾਲ ਬਰਾੜ, ਉਹ ਵੀ ਸਾਡੇ ਨਾਲ ਸ਼ਾਮਲ ਨੇ। ਡਾਕਟਰ ਸਤਨਾਮ ਸੰਧੂ, ਮੈਂ ਸਵਾਲ ਜਿਹੜਾ ਤੁਹਾਡੇ ਤੋਂ ਸ਼ੁਰੂ ਕਰਦਾ, ਲੱਗ ਕੀ ਰਿਹਾ ਜੋ ਮੈਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿਹਾ, ਜਿਸ ਤਰ੍ਹਾਂ ਕਿਸਾਨ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕੁਝ ਕਿਸਾਨ ਐਸੇ ਨੇ ਜਿਹੜੇ ਇਹ ਕਹਿ ਰਹੇ ਨੇ, ਕਿਸਾਨ ਲੀਡਰ ਚੜੂਨੀ ਵਰਗੇ, ਕਿ ਅਸੀਂ ਪਾਰਟੀ ਬਣਾ ਕੇ ਇਲੈਕਸ਼ਨ ਲੜੀਏ। ਕੀ ਹੈ ਤੁਹਾਡਾ ਕਹਿਣਾ ਇਸ ਮਾਮਲੇ 'ਚ? ਜਿਹੜਾ ਇਹ ਪ੍ਰਸ਼ਨ ਹੈ ਇਸ ਦੇ 2 ਭਾਵ ਹੈ। ਸਾਨੂੰ 2 ਤਰੀਕੇ ਨਾਲ ਜਵਾਬ ਦੇਣਾ ਪਊਗਾ ਕਿ ਕੀ ਚੋਣ ਲੜਨੀ ਚਾਹੀਦੀ ਹੈ ਜਾਂ ਚੋਣ ਨਹੀਂ ਲੜਨੀ ਚਾਹੀਦੀ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਕੀ ਚੋਣ ਲੜਨੀ ਚਾਹੀਦੀ ਹੈ ਤਾਂ ਉੱਥੇ ਸਵਾਲ ਪੈਦਾ ਹੁੰਦਾ ਹੈ ਕਿ ਚੋਣ ਜੇ ਲੜਨੀ ਹੈ ਤਾਂ ਕਿਵੇਂ ਲੜਨੀ ਚਾਹੀਦੀ ਹੈ। ਕਿਉਂਕਿ ਜਿਹੜੇ ਕਿਸਾਨ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਵਿੱਚ 2 ਨਹੀਂ ਬਲਕਿ 3 ਧਿਰਾਂ ਅੱਜ ਕੰਮ ਕਰ ਰਹੀਆਂ। ਭਾਵੇਂ ਅਸੀਂ ਸੰਯੁਕਤ ਕਿਸਾਨ ਮੋਰਚੇ ਨੂੰ ਜੇ ਇੱਕ ਧਿਰ ਵੀ ਮੰਨ ਲਈਏ ਤਾਂ ਦੂਸਰੀ ਧਿਰ ਜਿਹੜੀਆਂ ਵੀ ਪੰਜਾਬ ਦੀਆਂ ਅਦਰ ਦੈਨ ਬੀਜੇਪੀ ਪਾਰਟੀਆਂ, ਸਾਰੀਆਂ ਦਾ ਆਪੋ ਆਪਣਾ ਜਿਹੜਾ ਕਾਡਰ ਹੈ, ਜਿਹੜਾ ਬਹੁਤਾ ਸਰਗਰਮ ਨਹੀਂ ਹੈ, ਜਿਹੜਾ ਸਿੱਧੇ ਤੌਰ ਤੇ ਪਾਰਟੀ ਮੈਂਬਰ ਨਹੀਂ ਹੈ, ਪਰ ਉਹ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਨਾਲ ਹਮਦਰਦੀ ਰੱਖਦਾ ਹੈ, ਉਹ ਵੀ ਕਿਸਾਨੀ ਮੋਰਚੇ ਨਾਲ ਜੁੜਿਆ ਹੋਇਆ ਜਾਂ ਉੱਥੇ ਜਾਂਦਾ ਹੈ।
ਕੁਝ ਕਿਸਾਨ ਇਦਾਂ ਦੇ ਵੀ ਹੈ, ਮੈਂ ਨਿੱਜੀ ਤੌਰ ਤੇ ਜਾਣਦਾ ਹਾਂ, ਜਿਹੜੇ ਭਾਵੇਂ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਨਾਲ ਨਹੀਂ ਜੁੜੇ ਹੋਏ ਪਰ ਉਹ ਮੋਰਚੇ ਨਾਲ ਹਮਦਰਦੀ ਵੀ ਰੱਖਦੇ ਆ, ਉੱਥੇ ਜਾਂਦੇ ਵੀ ਹੈ, ਆਪਣੇ ਪਿੰਡ ਦੇ ਤੌਰ ਤੇ ਉਹਨਾਂ ਨੇ ਉੱਥੇ ਆਪਣਾ ਮੰਚ ਵੀ ਬਣਾਇਆ ਹੋਇਆ, ਸਾਰੀ ਸਰਗਰਮੀ ਦੇ ਵਿੱਚ ਹਿੱਸਾ ਲੈਂਦੇ ਆ। ਇਸ ਕਰਕੇ ਅਸੀਂ ਮੰਨਦੇ ਹਾਂ ਕਿ ਤਿੰਨ ਬੁਨਿਆਦੀ ਧਿਰਾਂ ਹੋ ਗਈਆਂ। ਇੱਕ ਧਿਰ ਉਹ ਹੈ ਜਿਹੜੀ ਸੰਯੁਕਤ ਕਿਸਾਨ ਮੋਰਚੇ ਦਾ ਕਾਡਰ ਹੈ, ਦੂਸਰੀ ਧਿਰ ਉਹ ਹੈ ਜਿਹੜੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਕਾਡਰ ਹੈ, ਤੀਸਰੀ ਧਿਰ ਉਹ ਹੈ ਜਿਹੜੀ ਨਿਰਪੱਖ ਕਹਿ ਦਈਏ ਜਾਂ ਸਿੱਧੇ ਤੌਰ ਤੇ ਕਿਸਾਨੀ ਹੈ, ਜਿਹੜੀ ਜ਼ਾਹਰਾ ਤੌਰ ਤੇ ਕਿਸੇ ਵੀ ਰਾਜਨੀਤਿਕ ਧਿਰ ਦੇ ਨਾਲ ਨਹੀਂ ਜੁੜੀ ਹੋਈ। ਹੁਣ ਇਸ ਦੇ ਵਿੱਚੋਂ ਗੱਲ ਸਾਹਮਣੇ ਇਹ ਆਉਂਦੀ ਹੈ ਕਿ ਜੇ ਕਿਸਾਨੀ ਨੂੰ ਕਹਿੰਦੇ ਆ ਕਿ ਕੀ ਚੋਣ ਉਹਨਾਂ ਨੂੰ ਲੜਨੀ ਚਾਹੀਦੀ ਹੈ, ਜੇ ਉਹ ਸਾਰਾ ਕਾਡਰ ਕਿਸਾਨੀ ਦਾ ਹੋਵੇ, ਜਿਸ ਤਰੀਕੇ ਨਾਲ ਅਸੀਂ ਉਧਰ ਕੱਲੇ ਰਾਜ ਜਿਹੜਾ ਕਿਸਾਨੀ ਦਾ ਲੀਡਰ ਹੈ ਉਹਨਾਂ ਦੇ ਕਾਡਰ ਦੀ ਗੱਲ ਕਰਦੇ ਆ, ਜੇ ਮੈਂ ਜੋਗਿੰਦਰ ਸਿੰਘ ਉਗਰਾਹਾਂ ਦੀ ਗੱਲ ਕਰਾਂ ਤਾਂ ਉਹਨਾਂ ਦਾ ਆਪਣਾ ਕਾਡਰ ਹੈ। ਜੇ ਉਹ ਚੋਣ ਲੜਨੀ ਚਾਹਣ ਤਾਂ ਉਹ ਪਹਿਲਾਂ ਦੇਖਣਗੇ ਕਿ ਉਹਨਾਂ ਦਾ ਜਿਹੜਾ ਕਿਹੜੇ ਏਰੀਏ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਹੈ। ਜੇ ਉਹਨਾਂ ਦਾ ਕਿਸੇ ਖਾਸ ਏਰੀਏ ਦੇ ਵਿੱਚ ਪ੍ਰਭਾਵ ਹੈ ਤਾਂ ਉਸ ਦੀ ਸਮਰੱਥਾ ਕਿੰਨੀ ਹੈ। ਕੀ ਉਹ ਅੱਜ ਦੀ ਚੋਣ, ਅਸੀਂ ਸਾਰੇ ਜਾਣਦੇ ਹਾਂ, ਅੱਜ ਦੀ ਚੋਣ ਕੱਲੀ ਮੁੱਦੇ ਦੇ ਆਧਾਰ ਤੇ, ਕੱਲੀ ਭਾਵਨਾ ਦੇ ਆਧਾਰ ਤੇ, ਕੱਲੀ ਕੈਂਡੀਡੇਟ ਦੇ ਆਧਾਰ ਤੇ ਨਹੀਂ ਲੜੀ ਜਾ ਸਕਦੀ। ਅੱਜ ਦੀ ਚੋਣ ਦੇ ਵਿੱਚ ਬਹੁਤ ਸਾਰਾ ਸਾਨੂੰ ਧਨ ਚਾਹੀਦਾ, ਬਹੁਤ ਸਾਰਾ ਸਾਨੂੰ PR ਸਿਸਟਮ ਚਾਹੀਦਾ, ਸਾਨੂੰ ਬੈਕਅਪ ਦੇ ਵਿੱਚ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਦੀ ਵੀ ਲੋੜ ਪੈਂਦੀ ਹੈ, ਸਾਨੂੰ ਬਹੁਤ ਸਾਰੇ ਮਤਲਬ ਪ੍ਰਸ਼ਾਂਤ ਕਿਸ਼ੋਰ ਵਰਗੇ ਜਿਹੜੇ ਮਾਰਕੀਟਿੰਗ ਵਾਲੇ ਵਿਅਕਤੀ ਆ ਉਹਨਾਂ ਦੀ ਵੀ ਲੋੜ ਪੈਂਦੀ ਹੈ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਕਿਸਾਨੀ ਸੰਗਠਨ ਹੈ ਜਿਹੜਾ ਉਹ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਹੋਂਦ ਵਿੱਚ ਆਇਆ ਹੈ, ਅਜੇ ਤੱਕ ਉਸ ਦੇ ਕੋਲੇ ਉਸ ਕਿਸਮ ਦਾ ਕਾਡਰ ਨਹੀਂ ਹੈ। ਦੂਸਰੀ ਗੱਲ ਇਹ ਹੈ ਕਿ ਅਸੀਂ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕਿਸਾਨ ਇਹ ਸੋਚੀ ਬੈਠੇ ਹੈ ਕਿ ਜੇਕਰ ਅਸੀਂ ਚੋਣ ਨਹੀਂ ਲੜਾਂਗੇ ਤਾਂ ਫਿਰ ਅਸੀਂ ਕਿਸ ਪਾਰਟੀ ਦੀ ਸਪੋਰਟ ਕਰਾਂਗੇ, ਜਾਂ ਆਪਾਂ ਇਹ ਮੰਨੀਏ ਕਿ ਕੀ ਉਹ ਕਿਸੇ ਪਾਰਟੀ ਦੀ ਸੰਗਠਿਤ ਰੂਪ ਦੇ ਵਿੱਚ ਸਪੋਰਟ ਕਰ ਸਕਦੇ ਆ। ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ, ਕਿਉਂਕਿ ਜੇ ਉਹ ਅਨਾਉਂਸ ਕਰ ਦਿੰਦੇ ਆ ਕਿ ਅਸੀਂ ਫਲਾਂ ਪਾਰਟੀ ਦੀ ਸਪੋਰਟ ਕਰਾਂਗੇ, ਉਹਨਾਂ ਦੇ ਅਨਾਉਂਸਮੈਂਟ ਦੇ ਬਾਵਜੂਦ ਉਹ ਪਾਰਟੀ ਹਾਰ ਜਾਂਦੀ ਹੈ ਤਾਂ ਕਿਸਾਨੀ ਪ੍ਰੈਸ਼ਰ ਗਰੁੱਪ ਦੀ ਵੀ ਹਵਾ ਨਿਕਲ ਸਕਦੀ ਹੈ। ਇਸ ਕਰਕੇ ਹੁਣ ਜਿਹੜੀਆਂ ਕੁਝ ਇਸ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਹੈ ਕਿ ਅਸੀਂ ਚੜੂਨੀ ਸਾਹਿਬ ਜੀ ਦੇ ਵਿੱਚ ਵਿਸ਼ੇਸ਼ ਤੌਰ ਤੇ ਨਾਂ ਲੈ ਕੇ ਆਪਾਂ ਗੱਲ ਕਰ ਸਕਦੇ ਹਾਂ, ਉਹ ਗੱਲ ਕਰ ਰਹੇ ਆ। ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਐਸਪੀਰੇਸ਼ਨ ਵਾਲੇ ਨੌਜਵਾਨ ਵਿਅਕਤੀ ਹੈ ਜਾਂ ਉਹਨਾਂ ਦੇ ਨਾਲ ਜੁੜਨ ਵਾਲੇ ਵਿਅਕਤੀ ਹੈ, ਉਹ ਉਹਨਾਂ ਨੂੰ ਵਿੱਚੋਂ ਕੈਂਡੀਡੇਟ ਦੇ ਤੌਰ ਤੇ ਹੋ ਸਕਦਾ ਹੈ ਕਿਸੇ ਖਾਸ ਪਾਕਟ ਦੇ ਵਿੱਚ ਵਿਧਾਨ ਸਭਾ ਲਈ ਚੋਣ ਲੜਨ ਲਈ ਖੜਾ ਕਰ ਦੇਣ। ਉਹਦਾ ਕੀ ਨਤੀਜਾ ਨਿਕਲਦਾ ਹੈ, ਕੁਝ ਉਹਨਾਂ ਚੋਂ ਜਿੱਤ ਵੀ ਸਕਦੇ ਆ, ਜਿੱਤ ਕੇ ਉਹ ਕਿਸੇ ਧਿਰ ਦੇ ਨਾਲ ਵੀ ਆ ਸਕਦੇ ਆ। ਇਸ ਕਰਕੇ ਇਸ ਕਿਸਮ ਦੀ ਗੱਲ ਬਣੀ ਹੋਈ ਹੈ। ਪਰ ਜੇ ਅਸੀਂ ਆਪਣੇ ਤੌਰ ਤੇ ਕਹੀਏ ਕਿ ਕੀ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਤਾਂ ਉਹਨਾਂ ਕੋਲੇ ਰਸਤਾ ਵੀ ਕੀ ਹੈ। ਜੇ ਚੋਣ ਲਈ ਨਹੀਂ ਲੜਦੇ ਕੀ ਕਿਸੇ ਧਿਰ ਦੀ ਸਪੋਰਟ ਕਰਨਗੇ, ਜੇ ਚੋਣ ਲੜਦੇ ਆ ਤਾਂ ਕੀ ਚੋਣ ਲੜਨ ਦੀ ਸਮਰੱਥਾ ਹੈ। ਇਹ ਦੋਨੇ ਸਵਾਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ, ਜਿਨ੍ਹਾਂ ਦਾ ਸ਼ਾਇਦ ਅਜੇ ਤੱਕ ਕਿਸਾਨੀ ਨੇਤਾਵਾਂ ਕੋਲੇ ਕੋਈ ਜਵਾਬ ਨਹੀਂ ਹੈ। ਦੇਖੋ ਸੰਧੂ ਸਾਹਿਬ, ਇਹਦੇ ਚ ਇੱਕ ਹੋਰ ਵੀ ਸਵਾਲ ਹੈ ਕਿ ਜਿਹੜੇ ਚੋਣ ਲੜਨ ਦਾ ਵਿਰੋਧ ਕਰ ਰਹੇ ਨੇ ਕਿਸਾਨ, ਇਹਦਾ ਮਤਲਬ ਕਿਸਾਨਾਂ ਨੂੰ ਜਿਸ ਤਰ੍ਹਾਂ ਦੀ ਲੜਾਈ ਲੰਬੀ ਹੋ ਰਹੀ ਹੈ ਉੱਥੇ ਏਕੇ ਦੀ ਹੁਣ ਹੋਰ ਜ਼ਿਆਦਾ ਲੋੜ ਹੈ, ਪਹਿਲੇ ਨਾਲੋਂ ਵੀ ਜ਼ਿਆਦਾ ਲੋੜ ਹੈ। ਤੇ ਜੇ ਏਕਾ ਟੁੱਟਦਾ ਕਿਸਾਨਾਂ ਦਾ, ਇਹਦਾ ਵੱਡਾ ਨੁਕਸਾਨ ਹੋਏਗਾ। ਸੰਯੁਕਤ ਮੋਰਚਾ ਬਿਲਕੁਲ ਠੀਕ, ਜੇ ਚੜੂਨੀ ਸਾਹਿਬ ਲੜਨਗੇ ਤਾਂ ਫਿਰ ਕਹਾਣੀ ਬਿਲਕੁਲ ਡਿਫਰੈਂਟ ਹੋਏਗੀ। ਬਰਾੜ ਸਾਹਿਬ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਹਮੇਸ਼ਾ ਹੀ ਜਦੋਂ ਕੋਈ ਅੰਦੋਲਨ ਚੱਲਦਾ ਉਹਦੇ ਵਿੱਚੋਂ ਨਵੀਂ ਪਾਰਟੀ ਜਨਮ ਲੈਂਦੀ ਹੈ। ਜੇ ਆਜ਼ਾਦੀ ਦਾ ਅੰਦੋਲਨ ਚੱਲਿਆ ਤਾਂ ਉਹਦੇ ਚੋਂ ਕਾਂਗਰਸ ਪਾਰਟੀ ਆਈ, ਜੇ ਫਿਰ ਬਾਅਦ ਦੇ ਵਿੱਚ ਜਿਹੜੀ ਹੁਣ ਭਾਰਤੀ ਜਨਤਾ ਪਾਰਟੀ ਆ, ਉਦੋਂ ਜਨਤਾ ਪਾਰਟੀ ਬਣੀ ਜਦੋਂ ਐਮਰਜੈਂਸੀ ਦਾ ਵਿਰੋਧ ਹੋਇਆ। ਇਸੇ ਤਰ੍ਹਾਂ ਹੀ ਜਦੋਂ ਅੰਨਾ ਹਜ਼ਾਰੇ ਦਾ ਅੰਦੋਲਨ ਚੱਲਿਆ ਉਹਦੇ ਚੋਂ ਆਮ ਆਦਮੀ ਪਾਰਟੀ ਹੋਂਦ ਚ ਆਈ। ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਜੇ ਐਡਾ ਵੱਡਾ ਕਿਸਾਨ ਅੰਦੋਲਨ ਚੱਲਿਆ ਤੇ ਇਹਦੇ ਵਿੱਚੋਂ ਕੋਈ ਪਾਰਟੀ ਨਿਕਲੂਗੀ, ਇਹ ਇੱਕ ਆਮ ਜੀ ਧਾਰਨਾ ਹੈ। ਦੂਜੀ ਵੱਡੀ ਗੱਲ ਇਹ ਕਿ ਜਦੋਂ ਇੰਨਾ ਲੰਮਾ ਅੰਦੋਲਨ ਚੱਲ ਜਾਵੇ ਤਾਂ ਉਦੋਂ ਇੱਕ ਆਮ ਧਾਰਨਾ ਬਣ ਜਾਂਦੀ ਆ ਕਿ ਜੇ ਤੁਹਾਨੂੰ ਇਹ ਕਾਨੂੰਨ ਨਹੀਂ ਪਸੰਦ ਤਾਂ ਜਿਸ ਲੋਕ ਸਭਾ ਨੇ ਕਾਨੂੰਨ ਪਾਸ ਕੀਤੇ ਆ ਤੁਸੀਂ ਉੱਥੇ ਆਪਦੀ ਬਹੁ ਗਿਣਤੀ ਲੈ ਆਓ ਤੇ ਤੁਸੀਂ ਫਿਰ ਬਦਲਦੇ ਆ ਜੋ। ਇਸ ਸਥਿਤੀ ਦੇ ਵਿੱਚ ਇੱਕ ਗਰੁੱਪ, ਇੱਕ ਧਾਰਾ, ਇੱਕ ਵਿਚਾਰਧਾਰਾ ਬਣਦੀ ਆ ਕਿ ਚੋਣਾਂ ਲੜਨੀਆਂ ਚਾਹੀਦੀਆਂ। ਪਰ ਚੋਣਾਂ ਪੰਜਾਬ ਦੀਆਂ ਜਿਹੜੀਆਂ ਚੋਣਾਂ ਇਸ ਵੇਲੇ ਕੀ ਲੜਨੀਆਂ ਸੰਭਵ ਆ ਜਾਂ ਯੂਪੀ ਦੀਆਂ ਚੋਣਾਂ ਇਸ ਵੇਲੇ ਲੜਨੀਆਂ ਸੰਭਵ ਆ, ਤਾਂ ਮੈਂ ਸਪਸ਼ਟ ਗੱਲ ਕਰਨੀ ਚਾਹੁੰਦਾ ਕਿ ਨਹੀਂ ਲੜੀਆਂ ਜਾ ਸਕਦੀਆਂ ਕਿਸਾਨਾਂ ਵੱਲੋਂ। ਕਿਉਂ ਨਹੀਂ ਲੜੀਆਂ ਜਾ ਸਕਦੀਆਂ? ਉਹਦੇ ਦੋ ਤਿੰਨ ਕਾਰਨ ਨੇ। ਉਹਦਾ ਸਭ ਤੋਂ ਪਹਿਲਾ ਕਾਰਨ ਤਾਂ ਇਹ ਕਿ ਕਿਸਾਨਾਂ ਨੇ ਲਗਾਤਾਰ ਇਹ ਗੱਲ ਪ੍ਰਚਾਰੀ ਹੋਈ ਆ ਕਿ ਸਾਡਾ ਕਿਸੇ ਸਿਆਸੀ ਪਾਰਟੀ ਨਾਲ ਸੰਬੰਧ ਨਹੀਂ, ਅਸੀਂ ਸਿਰਫ ਕਿਸਾਨੀ ਮੰਗਾਂ ਤੇ ਕੇਂਦਰਿਤ ਆ।
ਜਦੋਂ ਉਹ ਇੱਕਦਮ ਯੂ ਟਰਨ ਮਾਰਨਗੇ ਤਾਂ ਉਸ ਨਾਲ ਜ਼ਰੂਰੀ ਨਹੀਂ ਕਿ ਉਸ ਨੂੰ ਲੋਕ ਫਿਰ ਉਹਨਾਂ ਦਾ ਨੈਤਿਕ ਬਲ ਗਵਾਚ ਜੂਗਾ, ਉਹਨਾਂ ਦਾ ਮੁੱਖ ਮੁੱਦਾ ਗਵਾਚ ਜੂਗਾ, ਉਹ ਚੋਣਾਂ 'ਚ ਹੋਰ ਪਾਰਟੀਆਂ ਵਰਗੀ ਇੱਕ ਪਾਰਟੀ ਬਣ ਕੇ ਰਹਿ ਜੂਗੀ। ਨੰਬਰ 1। ਨੰਬਰ 2 ਕਿ ਇਹ ਕਿਸਾਨੀ ਮੁੱਦਿਆਂ ਤੇ ਬਾਕੀ ਵਰਗ ਉਹਨਾਂ ਦਾ ਸਮਰਥਨ ਕਰ ਰਹੇ ਆ, ਪਰ ਜਿਸ ਸਮੇਂ ਇਕੱਲੇ ਕਿਸਾਨ ਚੋਣ ਲੜਨਗੇ ਤਾਂ ਕੀ ਉਹ ਮੁਲਾਜ਼ਮਾਂ ਦੀਆਂ, ਕੀ ਉਹ ਦੁਕਾਨਦਾਰਾਂ ਦੀਆਂ, ਕੀ ਉਹ ਮਜ਼ਦੂਰਾਂ ਦੀਆਂ ਮੰਗਾਂ ਨੂੰ ਵੀ ਉਵੇਂ ਸਥਾਨ ਦੇਣਗੇ, ਕਿਉਂਕਿ ਵੋਟਾਂ ਦੇ ਸਮੇਂ ਉਹਨਾਂ ਦੀ ਵੀ ਓਡੀ ਹੀ ਮਹੱਤਤਾ ਹੈ ਜਿਹੜੀ ਕਿ ਹਾਲ ਦੀ ਘੜੀ ਸੰਭਵ ਨਹੀਂ ਲੱਗਦੀ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੇ ਪਿੱਛੇ ਕਈ ਥਾਵਾਂ ਤੇ ਮਜ਼ਦੂਰਾਂ ਦੇ ਨਾਲ ਟਕਰਾਓ ਆ, ਜਿਸ ਤਰ੍ਹਾਂ ਮੈਂ ਕਿ ਆੜ੍ਹਤੀਆਂ ਦੇ ਨਾਲ ਇੱਕ ਤਰ੍ਹਾਂ ਦਾ ਰਿਸ਼ਤਾ ਹੈਗਾ, ਉਸ ਸਥਿਤੀ ਦੇ ਵਿੱਚ ਸੰਭਵ ਨਹੀਂ ਜਾਪਦਾ। ਤੀਸਰੀ ਜਿਹੜੀ ਗੱਲ ਹੈਗੀ ਆ ਕਿ ਵੱਖ-ਵੱਖ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਦਾ ਬਹੁਤ ਸਾਰਾ ਜਿਹੜਾ ਕਾਡਰ ਹੈਗਾ ਜਿਹੜੀਆਂ ਚੋਣਾਂ ਵੱਖਰੇ ਤੌਰ ਤੇ ਲੜਦੀਆਂ, ਚਾਹੇ ਅਕਾਲੀ ਦਲ ਆ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਉਹ CPI ਆ, ਚਾਹੇ CPM ਆ, ਚਾਹੇ CPML ਦੇ ਕੁਝ ਧੜੇ ਨੇ, ਉਹਨਾਂ ਦੀਆਂ ਆਪਣੀਆਂ ਪਾਰਟੀਆਂ ਚੋਣਾਂ ਲੜਦੀਆਂ। ਉਹ ਕੀ ਆਪਦੀ ਪਾਰਟੀ ਨਾਲ ਜਾਣਗੇ ਜਾਂ ਕਿਸਾਨ ਪਾਰਟੀ ਨਾਲ ਜਾਣਗੇ, ਇਹ ਵੀ ਇੱਕ ਸਵਾਲ ਹੈਗਾ। ਬਰਾੜ ਸਾਹਿਬ ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ, ਲੇਕਿਨ ਮੈਨੂੰ ਤੁਹਾਨੂੰ ਟੋਕਣਾ ਪੈ ਰਿਹਾ ਹੈ, ਮਾਫ ਕਰਨਾ, ਕਿਉਂਕਿ ਬ੍ਰੇਕ ਦਾ ਟਾਈਮ ਹੈ। ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਤੋਂ ਹੀ ਗੱਲ ਜਿਹੜੀ ਹੈ ਪੁੱਛਣੀ ਹੈ, ਕਿਉਂਕਿ ਕਈ ਹੋਰ ਸਵਾਲ ਨੇ ਜਿਹੜੇ ਤੁਸੀਂ ਉਠਾਏ ਨੇ, ਖਾਸ ਤੌਰ ਤੇ ਇਹ ਸਵਾਲ ਕਿ ਜਿਹੜੇ ਸਿਆਸੀ ਪਾਰਟੀਆਂ ਦੇ ਕਿਸਾਨ ਵਿੰਗ ਨੇ, ਉਹਨਾਂ ਨਾਲ ਜਿਹੜੇ ਕਿਸਾਨ ਜੁੜੇ ਹੋਏ ਨੇ, ਉਹ ਕਿਸਾਨ ਉਧਰ ਸਰਗਰਮ ਨੇ। ਮੈਂ ਜਿਵੇਂ ਸ਼ੁਰੂ 'ਚ ਇੱਕ ਪੁਆਇੰਟ ਉਠਾਇਆ ਕਿ ਕਿਸਾਨਾਂ 'ਚ ਆਪਸ 'ਚ ਫਿਰ ਜਿਹੜੀ ਖਿੱਚੋਤਾਣ ਵਧਣੀ ਹੈ ਉਹ ਆਪਣੇ ਆਪ ਬਹੁਤ ਅਹਿਮ ਹੋਏਗੀ। ਇਹ ਤੇ ਆਪਾਂ ਚਰਚਾ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਬ੍ਰੇਕ ਤੇ ਜਾਣ ਤੋਂ ਪਹਿਲਾਂ ਡਾਕਟਰ ਰਜਿੰਦਰਪਾਲ ਬਰਾੜ ਬਹੁਤ ਅਹਿਮ ਨੁਕਤੇ ਤੇ ਗੱਲ ਕਰ ਰਹੇ ਸੀ ਤੇ ਉਸ ਵੇਲੇ ਡਾਕਟਰ ਸਾਹਿਬ ਸੌਰੀ ਮੈਨੂੰ ਕੱਟਣਾ ਪਿਆ ਕਿਉਂਕਿ ਮੀਡੀਆ ਦੀ ਮਜਬੂਰੀ ਹੁੰਦੀ ਹੈ, ਅਸੀਂ ਟਾਈਮ ਤੇ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਦਿਖਾਉਣੇ ਹੁੰਦੇ ਨੇ। ਹੁਣ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ। ਨਹੀਂ, ਉਹ ਆਪਣੀ ਜਿਹੜੀ ਗੱਲ ਚੱਲ ਰਹੀ ਸੀ ਉਸ ਸੰਬੰਧ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਇਸ ਸਮੇਂ ਜਿਹੜੀ ਮੋਰਚੇ ਦੀ ਸਥਿਤੀ ਬਣੀ ਹੋਈ ਆ ਉਹਦੇ ਵਿੱਚ ਤੁਰੰਤ ਹੀ ਫੁੱਟ ਪੈ ਜਾਵੇਗੀ ਜੇ ਮਤਲਬ ਕਿ ਇੱਕ ਧਿਰ ਜਾਂ ਦੋ ਧਿਰਾਂ ਚੋਣ ਲੜਨ ਦੀ ਕੋਸ਼ਿਸ਼ ਕਰਦੀਆਂ ਨੇ। ਇੰਨੇ ਸਮੇਂ ਦੇ ਵਿੱਚ ਇੱਕ ਨਵੀਂ ਪਾਰਟੀ ਬਣਾਉਣੀ, ਰਜਿਸਟਰਡ ਕਰਨੀ, ਥੱਲੇ ਉਹਦੇ ਬੂਥ ਲੈਵਲ ਤੇ ਬੰਦੇ ਬਣਾਉਣੇ ਤੇ ਫਿਰ ਜਿੱਤ ਸਕਣਾ, ਇਹ ਗੱਲ ਦੀ ਕੋਈ ਸੰਭਾਵਨਾ ਨਹੀਂ ਆ। ਤਾਂ ਬਿਲਕੁਲ ਹੀ ਇਹ ਗੱਲ ਸੰਧੂ ਸਾਹਿਬ ਦੀ ਬਿਲਕੁਲ ਠੀਕ ਸੀ ਕਿ ਮੰਨ ਲਓ ਜੇ ਕੋਈ ਗਰੁੱਪ ਕਰਦਾ ਤਾਂ ਉਲਟਾ ਉਹ ਕਿਸਾਨੀ ਦਾ ਜਿਹੜੀ ਬਣੀ ਹੋਈ ਜਿਹੜੀ ਉਹਦੀ ਸ਼ਾਖ ਆ, ਜਿਹੜੀ ਉਹਦੀ ਆਪ ਆ, ਉਹਦੀ ਫੂਕ ਕੱਢ ਦੇਵੇਗਾ। ਮੈਨੂੰ ਲੱਗਦਾ ਹੈਗਾ ਕਿ ਕਿਸਾਨ ਜੋ ਫੈਸਲਾ ਕਰ ਸਕਦੇ ਆ ਕਿ ਕੁਝ ਮੁੱਦਿਆਂ ਤੇ ਦੂਸਰੀਆਂ ਪਾਰਟੀਆਂ ਨੂੰ ਪ੍ਰੈਸ਼ਰਾਈਜ਼ ਕਰ ਸਕਦੇ, ਉਹਨਾਂ ਤੇ ਦਬਾਅ ਬਣਾ ਸਕਦੇ ਆ ਕਿ ਜੇ ਤੁਹਾਡੀ ਸਰਕਾਰ ਆਈ ਤਾਂ ਕਿਸਾਨੀ ਮੁੱਦਿਆਂ ਤੇ ਇਹ ਗੱਲਾਂ ਕਰੋਗੇ, ਤੇ ਉਹਦੇ ਲਈ ਉਹਨਾਂ ਨੂੰ ਮੈਨੀਫੈਸਟੋ ਦੇ ਵਿੱਚ ਸ਼ਾਮਲ ਕਰਨ ਲਈ ਮਜਬੂਰ ਕਰ ਸਕਦੇ ਆ। ਤੇ ਬਾਅਦ ਦੇ ਵਿੱਚ ਇਹ ਵੀ ਕਰ ਸਕਦੇ ਆ ਕਿ ਜੇ ਤੁਸੀਂ ਇਹਦੇ ਤੇ ਪੂਰੇ ਨਾ ਉਤਰੇ ਤੇ ਚਾਹੇ ਤੁਹਾਡੀ ਸਰਕਾਰ ਹੋਵੇ ਚਾਹੇ ਨਾ ਹੋਵੇ ਤੁਹਾਨੂੰ ਅਸਤੀਫਾ ਦੇਣਾ ਪਊਗਾ। ਤਾਂ ਇਸ ਕਿਸਮ ਦੀ ਰਣਨੀਤੀ ਦੇ ਉੱਤੇ ਤਾਂ ਉਹ ਕੰਮ ਕਰ ਸਕਦੇ ਆ। ਜਿੱਥੋਂ ਤੱਕ ਗੱਲ ਹੈਗੀ ਆ ਕਿ ਸਿਆਸਤ ਦੇ ਵਿੱਚ ਕੁਝ ਵੀ ਸੰਭਵ ਆ, ਉਸ ਹਾਲਤ ਦੇ ਵਿੱਚ ਹੋ ਸਕਦਾ ਹੈ ਕਿ ਕੁਝ ਘਟਨਾਵਾਂ ਇਸ ਕਿਸਮ ਦੀਆਂ ਵਾਪਰ ਜਾਣ ਜਿਹੜੀਆਂ ਬਾਹਰਮੁਖੀ ਹਾਲਤਾਂ ਦੀ ਪੈਦਾਵਾਰ ਹੁੰਦੀਆਂ, ਵਿਅਕਤੀਆਂ ਦਾ ਉਹਨਾਂ ਤੇ ਬਹੁਤਾ ਕੰਟਰੋਲ ਨਹੀਂ ਹੁੰਦਾ, ਕਿ ਉਹ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰ ਜਾਣ ਕਿ ਜਿਹੜੇ ਪ੍ਰੋਫੈਸਰ ਸਾਹਿਬ ਵਾਰ-ਵਾਰ ਗੱਲ ਕਰਦੇ ਹੁੰਦੇ ਆ ਕੇਰ ਸਿੰਘ ਜੀ, ਕਿ ਭਾਵਨਾਤਮਕ ਮੁੱਦਾ ਕੋਈ ਬਣ ਜੇ ਤੇ ਉਹਦੇ ਤੇ ਕੋਈ ਕੇਂਦਰਿਤ ਹੋ ਜੇ ਕਿਸਾਨ ਮੂਵਮੈਂਟ, ਕਿਹਾ ਨਹੀਂ ਜਾ ਸਕਦਾ। ਹਾਲ ਦੀ ਘੜੀ ਇਹ ਸੰਭਾਵਨਾ ਨਹੀਂ ਜਾਪਦੀ। ਜਿਹੜੀ ਗੱਲ ਬਰਾੜ ਸਾਹਿਬ ਤੁਸੀਂ ਕਹਿ ਰਹੇ ਹੋ, ਜਦੋਂ ਕਿਸਾਨਾਂ ਨੇ ਸਿਆਸੀ ਪਾਰਟੀਆਂ ਨੂੰ ਬਣਾਇਆ ਸੀ, ਬੁਲਾ ਕੇ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਜਿਹੜੇ ਨੁਕਤੇ ਦੱਸੇ ਸੀ, ਉਹਨਾਂ 'ਚ ਨੁਕਤੇ ਸੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਉਹਦੇ 'ਚ ਤਾਂ ਮੈਨੀਫੈਸਟੋ ਨੂੰ ਲੀਗਲ ਕਰਨ ਵਾਲੀ ਵੀ ਗੱਲ ਸੀ। ਜਦੋਂ ਪਾਰਟੀਆਂ ਇਹ ਗੱਲ ਮੰਨ ਕੇ ਗਈਆਂ ਨੇ ਤਾਂ ਉਹ ਇਸ ਲਈ ਪ੍ਰਤੀਬੱਧ ਹੋਣਗੀਆਂ ਕਿ ਜੇ ਉਹ ਕਿਸਾਨਾਂ ਦੇ ਮੁੱਦੇ ਉਠਾਉਣਗੇ ਉਹਨਾਂ ਨੂੰ ਪੂਰਾ ਕਰਨਾ। ਸੋ ਐਨੀਵੇ ਡਾਕਟਰ ਕੇਰ ਸਿੰਘ ਜੀ, ਤੁਹਾਨੂੰ ਕੀ ਲੱਗਦਾ ਹੈ ਕਿਵੇਂ ਕਿਸਾਨਾਂ ਨੂੰ ਜਿਹੜੀ ਚੜੂਨੀ ਸਾਹਿਬ ਮੂਵ ਚਲਾ ਰਹੇ ਨੇ ਉਸ ਦੇ ਹਵਾਲੇ ਨਾਲ ਜੇ ਕਰਨੀ ਹੋਵੇ ਗੱਲ ਕਿ ਕਿਸਾਨਾਂ ਨੂੰ ਲੜਨੀ ਚਾਹੀਦੀ ਹੈ ਚੋਣ ਕਿ ਨਹੀਂ? ਵਾਲੀਆ ਸਾਹਿਬ, ਇੱਕ ਤਾਂ ਮੈਂ ਮੁੱਢ 'ਚ ਕਹਿਣਾ ਚਾਹੁੰਦਾ ਹੈ ਕਿ ਅਸੀਂ ਇਹ ਗੱਲ ਮੰਨ ਕੇ ਤੁਰ ਰਹੇ ਹੋਏ ਹਾਂ ਕਿ ਇਹ ਇਲੈਕਸ਼ਨਸ ਤੱਕ ਕਿਸਾਨ ਮੋਰਚਾ ਇੱਦਾਂ ਹੀ ਚੱਲਦਾ ਰਹੇਗਾ। ਮੈਨੂੰ ਇਹਦੀ ਸੰਭਾਵਨਾ ਨਜ਼ਰ ਨਹੀਂ ਆਉਂਦੀ। ਮੈਨੂੰ ਵਧੇਰੇ ਸੰਭਾਵਨਾ ਇਹ ਆਉਂਦੀ ਹੈ ਕਿ ਇਹ ਕੋਈ ਨਾ ਕੋਈ ਇਹਦਾ ਹੱਲ ਲੱਭ ਲਿਆ ਜਾਏਗਾ, ਕਿਉਂਕਿ ਦੋਨੋਂ ਹੀ ਧਿਰਾਂ
ਕਿਸਾਨੀ ਮੋਰਚੇ ਵਾਲੇ ਵੀ ਤੇ ਸਰਕਾਰ ਵੀ, ਉਹ ਆਪੋ ਆਪਣੇ ਕਾਰਨਾਂ ਕਰਕੇ ਹੁਣ ਮਾਨਸਿਕ ਤੌਰ ਤੇ ਮੈਨੂੰ ਤਿਆਰ ਲੱਗਦੇ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਕਰ ਲਿਆ ਜਾਏਗਾ। ਮੇਰੀ ਧਾਰਨਾ ਇਹ ਹੈ ਕਿ ਚਲੋ, ਜੇ ਹੁਣ ਆਪਾਂ ਮੁੱਦਾ ਇਹ ਰੱਖਦੇ ਹਾਂ ਵੀ ਜੇ ਇਦਾਂ ਹੀ ਚੱਲਦਾ ਰਹਿੰਦਾ ਵੀ ਇਹਦਾ ਹੱਲ ਨਹੀਂ ਹੁੰਦਾ ਤੇ ਫਿਰ ਸਿਨਾਰੀਓ ਕੀ ਬਣਦਾ। ਉਹ ਅਵਸਥਾ ਦੇ ਵਿੱਚ ਜਿਸ ਤਰ੍ਹਾਂ ਬਰਾੜ ਸਾਹਿਬ ਕਹਿ ਰਹੇ ਹੈ ਜਾਂ ਸੰਧੂ ਸਾਹਿਬ ਨੇ ਕਿਹਾ ਹੈ, ਇਹ ਦੋਨਾਂ ਵਹੀ ਵਿਦਵਾਨਾਂ ਦੇ ਪੁਆਇੰਟਸ ਬਹੁਤ ਵਾਜਬ ਹੈ। ਔਰ ਮੈਂ ਨਿੱਜੀ ਤੌਰ ਤੇ ਇਹ ਸਮਝਦਾ ਕਿ ਇੱਕ ਪ੍ਰੈਸ਼ਰ ਗਰੁੱਪ ਜਿਹੜਾ ਹੈ ਉਹ ਬਿਲਕੁਲ ਹੋਰ ਧਰਾਤਲ ਤੇ ਵਿਚਰਦਾ ਹੈ ਤੇ ਸਿਆਸੀ ਪਾਰਟੀਆਂ ਦਾ ਜਿਹੜੀ ਕਾਰਜ ਪ੍ਰਣਾਲੀ ਹੁੰਦੀ ਹੈ ਔਰ ਉਹਨਾਂ ਦੇ ਮੁੱਦੇ ਹੁੰਦੇ ਹੈ ਉਹ ਵੱਖਰੇ ਹੁੰਦੇ ਹੈ। ਜਿਸ ਤਰ੍ਹਾਂ ਸੰਧੂ ਸਾਹਿਬ ਕਹਿ ਰਹੇ ਸੀਗੇ ਕਿ ਇਲੈਕਸ਼ਨ ਲੜਨ ਵਾਸਤੇ ਕਈ ਕੁਝ ਚਾਹੀਦਾ ਹੁੰਦਾ ਹੈ। ਇਹ ਪੋਲੀਟੀਕਲ ਇਲੈਕਟੋਰਲ ਡਾਇਨਾਮਿਕਸ ਜਿਹੜੀ ਹੈ ਉਹ ਭਲਾ ਉਹਦੇ ਲਈ ਇਹਨਾਂ ਕੋਲ ਪੂਰਾ ਇਨਫਰਾਸਟ੍ਰਕਚਰ ਹੈਗਾ, ਮੀਡੀਆ ਮੈਨੇਜਮੈਂਟ ਹੈ, ਮਨੀ ਦੇ ਸਾਧਨ ਪੂਰੇ ਆਪਣੇ ਕੋਲ ਹੈਗੇ ਹੈ, ਜਾਂ ਉਹ ਮੁੱਦਾ ਇਸੇ ਮੁੱਦੇ ਨੂੰ ਬਿਲਕੁਲ ਇਸੇ ਮੁੱਦੇ ਨੂੰ ਕੇਂਦਰੀ ਨੁਕਤਾ ਬਣਾ ਕੇ ਇਲੈਕਸ਼ਨ ਲੜਨਗੇ ਜਾਂ ਵਡੇਰੇ ਇਸ਼ੂ ਬਣਾਉਣਗੇ। ਮੈਨੂੰ ਲੱਗਦਾ ਹੈ ਕਿ ਇਹ ਜੇ ਵਡੇਰੇ ਇਸ਼ੂ ਬਣਾਉਂਦੇ ਹੈ ਤੇ ਉਹਦੇ ਵਿੱਚ ਖੰਡਾਓ ਆ ਜਾਂਦਾ ਹੁੰਦਾ ਹੈ, ਸਾਰੇ ਨਾਲ ਨਹੀਂ ਤੁਰਦੇ, ਕਿਉਂਕਿ ਉਹਨਾਂ ਇਸ਼ੂਜ਼ ਨੂੰ ਵੱਖ-ਵੱਖ ਪਾਰਟੀਆਂ ਵਧੇਰੇ ਸੁਚੱਜੇ ਢੰਗ ਨਾਲ, ਹੋਰ ਕਾਰਗਰ ਢੰਗ ਨਾਲ ਉਠਾਉਂਦੀਆਂ। ਵਾਲੀਆ ਸਾਹਿਬ, ਇੱਕ ਤਾਂ ਇਹ ਹੈ। ਦੂਸਰੀ ਗੱਲ ਜਿਹੜਾ ਮੇਰਾ ਪੁਆਇੰਟ ਇਹ ਹੈ ਕਿ ਇੱਕ ਰਾਏ ਨਹੀਂ ਰਹੀ। ਹੁਣ ਜਿਸ ਤਰ੍ਹਾਂ ਬਰਾੜ ਸਾਹਿਬ ਕਹਿ ਰਹੇ ਸੀਗੇ ਕਿ ਇਹ ਜਿਹੜੇ ਕਿਸਾਨੀ ਮੋਰਚੇ ਦੇ ਆਪਣੇ ਵੀਰ ਹਨ, ਲੀਡਰ ਹਨ, ਇਹਨਾਂ ਦੇ ਵਿੱਚ ਯਕਜਹਿਤੀ ਨਹੀਂ ਹੈ। ਇਹ ਜ਼ਾਹਰਾ ਤੌਰ ਤੇ ਦਿਸ ਰਿਹਾ ਹੋਇਆ ਹੈ ਕਿ ਜਿਹੜੇ ਵੱਖ-ਵੱਖ ਇਹਨਾਂ ਦੀਆਂ ਵਿੱਚ ਧਿਰਾਂ ਹੈਗੀਆਂ ਉਹਨਾਂ ਦੇ ਵਿਚਾਰ ਅੱਡੋ ਅੱਡ ਹੈ, ਸਹਿਮਤੀ ਨਹੀਂ। ਜੇ ਸਹਿਮਤੀ ਨਹੀਂ ਤੇ ਫਿਰ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਨਹੀਂ ਜਾਣਾ ਚਾਹੀਦਾ। ਦੂਸਰੇ ਦੋ ਪੁਆਇੰਟ ਮੈਂ ਹੋਰ ਨਿੱਕੇ ਐਡ ਕਰਨਾ ਚਾਹੁੰਦਾ। ਪਹਿਲੀ ਗੱਲ ਤੇ ਇਹ ਹੈ ਕਿ ਤੁਸੀਂ ਦੇਖੋ ਜਿਸ ਤਰ੍ਹਾਂ ਦੀਆਂ ਡਿਵੈਲਪਮੈਂਟਸ ਹੁਣ ਹੋ ਰਹੀਆਂ ਹੋਈਆਂ ਉਹਦੇ ਵਿੱਚ ਹੈ ਕਿ ਸਪੋਰਟ ਬੇਸ ਜਿਹੜਾ ਹੈ ਉਹ ਅੱਗੇ ਨਾਲੋਂ ਖੁਰਦਾ ਨਜ਼ਰ ਆ ਰਿਹਾ ਹੈ। ਜਿਉਂ-ਜਿਉਂ ਕਿਸਾਨੀ ਮੂਵਮੈਂਟ ਤੁਰ ਰਹੀ ਹੈ ਅੱਗੇ, ਹੁਣ ਜਿਸ ਤਰ੍ਹਾਂ ਦਲਿਤ ਪੱਤੇ ਦੀ ਆਪਾਂ ਗੱਲ ਕਰਦੇ ਹਾਂ ਹੁਣ ਵਿਰੋਧੀ ਪਾਰਟੀਆਂ ਔਰ ਖਾਸ ਕਰਕੇ ਬੀਜੇਪੀ ਵਾਲੇ ਜਿਹੜੇ ਉਹਨਾਂ ਨੇ ਇਹ ਦਲਿਤ ਪੱਤਾ ਬਹੁਤ ਜ਼ੋਰ ਨਾਲ ਖੇਡਣਾ। ਚੰਨੀ ਸਾਹਿਬ ਸੀਐਮ ਹੈਗੇ ਆ ਕਾਂਗਰਸ ਦੇ ਵਿੱਚ, ਔਰ ਬੀਜੇਪੀ ਵਾਲਿਆਂ ਨੇ ਖੇਡਣਾ ਹੀ ਖੇਡਣਾ ਜਦੋਂ ਇਹ ਦਲਿਤ ਖੇਡਿਆ ਜਾਂਦਾ ਪੱਤਾ। ਔਰ ਦੂਸਰਾ ਇਹ ਹੈ ਕਿ ਜਿਸ ਕਿਸਮ ਦੀ ਇਹ ਮੂਵਮੈਂਟ ਜਿਹੜੇ ਢੰਗ ਨਾਲ ਚੱਲਦੀ ਹੈ ਉਹਦੇ ਨਾਲ ਜਿਹੜੇ ਦੂਸਰੇ ਵਰਗ ਹੈ ਉਹ ਵੀ ਪ੍ਰਭਾਵਿਤ ਹੁੰਦੇ ਆ ਤੇ ਉਹਨਾਂ ਦਾ ਉਹਨਾਂ ਉਤਸ਼ਾਹ ਨਹੀਂ ਰਹਿੰਦਾ, ਕਿਉਂਕਿ ਬਹੁਤ ਲੰਬਾ ਸਮਾਂ ਇਹ ਮੂਵਮੈਂਟ ਚੱਲ ਰਹੀ ਹੈ। ਉਹਨਾਂ ਦੀ ਵੀ ਏਲੀਅਨੇਟ ਹੋਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਵਾਲੀਆ ਸਾਹਿਬ, ਮੈਨੂੰ ਥੋੜਾ ਖਾਂਸੀ ਆ ਰਹੀ ਹੈ, ਮੈਂ ਹੋਰ ਪੁਆਇੰਟ ਬਾਅਦ ਚ ਲੈਣਾ, ਤੁਸੀਂ ਕਿਸੇ ਹੋਰ ਸਪੀਕਰ ਨਾਲ ਗੱਲ ਸੀ। ਤੁਸੀਂ ਪਾਣੀ ਪੀਓ, ਅਸੀਂ ਗੱਲ ਕਰਦੇ ਹਾਂ। ਲੇਕਿਨ ਡਾਕਟਰ ਕੇਰ ਸਿੰਘ ਨੇ ਜਿਹੜਾ ਇਸ਼ਾਰਾ ਕੀਤਾ ਹੈ ਇਹ ਆਪਣੇ ਆਪ ਚ ਇਸ ਗੱਲ ਕਰਕੇ ਬਹੁਤ ਅਹਿਮ ਹੈ ਕਿ ਸਾਡੇ ਪਿੰਡਾਂ ਦੇ ਵਿੱਚ ਆਮ ਤੌਰ ਤੇ ਧੜੇ ਹੁੰਦੇ ਨੇ ਤੇ ਕਿਸਾਨੀ ਦਾ ਜੇ ਮੰਨ ਲਓ, ਇਹ ਮੰਨ ਕੇ ਚੱਲੀਏ ਕਿ ਉਹਨਾਂ ਨੇ ਇਲੈਕਸ਼ਨ ਲੜਨ ਦਾ ਫੈਸਲਾ ਕਰ ਲਿਆ, ਪਾਰਟੀ ਬਣਾ ਲਈ ਆ, ਉਹਨਾਂ ਨੇ ਇਲੈਕਸ਼ਨ ਲੜਨਗੇ, ਲੇਕਿਨ ਧੜੇਬੰਦੀ ਨੂੰ ਕਿਵੇਂ ਖਤਮ ਕਰਾਂਗੇ? ਪਿੰਡਾਂ ਦੀ ਜਿਹੜੀ ਧੜੇਬੰਦੀ ਹੈ ਉਹ ਵਧੂਗੀ ਨਾ ਕਿ ਘਟੂ। ਇੱਥੇ ਤਾਂ ਸਰਪੰਚੀ ਦੀ ਜਿਹੜੇ ਧੜੇਬੰਦੀ ਹਾਲੇ ਤੱਕ ਖਤਮ ਨਹੀਂ ਹੋਈ। ਕੀ ਲੱਗਦਾ ਹੈ ਡਾਕਟਰ ਸੰਧੂ? ਵਾਲੀਆ ਸਾਹਿਬ, ਡਾਕਟਰ ਕੇਰ ਸਿੰਘ ਨੇ ਇੱਕ ਬਹੁਤ ਮਹੱਤਵਪੂਰਨ ਇਸ਼ਾਰਾ ਕੀਤਾ ਹੈ ਕਿ ਹੋ ਸਕਦਾ ਹੈ ਵਿਧਾਨ ਸਭਾ ਦੀਆਂ ਚੋਣਾਂ ਯੂਪੀ ਤੇ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ, ਉਸ ਤੋਂ ਪਹਿਲਾਂ ਇਸ ਮੋਰਚੇ ਦਾ ਕੋਈ ਹੱਲ ਨਿਕਲਿਆ ਤੇ ਜਿਹੜਾ ਉਹ ਜੇਕਰ ਹੱਲ ਨਿਕਲਦਾ ਹੈ ਤਾਂ ਉਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਗੱਲ ਹੋਊਗੀ ਕਿ ਹੱਲ ਕਰਨ ਦੇ ਵਿੱਚ ਕੇਂਦਰੀ ਧਿਰ ਕਿਹੜੀ ਬਣਦੀ ਹੈ, ਉਹਦਾ ਸੂਤਰਧਾਰ ਕੌਣ ਬਣਦਾ ਹੈ, ਉਸ ਦਾ ਹੱਲ ਦਾ ਕੀ ਸਾਰੇ ਦਾ ਸਾਰਾ ਕ੍ਰੈਡਿਟ ਹੈ ਜਿਹੜਾ ਉਹ ਕਿਸਾਨ ਜਥੇਬੰਦੀਆਂ ਨੂੰ ਮਿਲਦਾ ਹੈ, ਕੀ ਉਸ ਦਾ ਕ੍ਰੈਡਿਟ ਬੀਜੇਪੀ ਲੈ ਲੈਂਦੀ ਹੈ, ਕੀ ਕਾਂਗਰਸ ਸੂਤਰਧਾਰ ਬਣ ਸਕਦੀ ਹੈ, ਕੀ ਅਕਾਲੀ ਦਲ ਵੀ ਕੋਈ ਰੋਲ ਪਲੇ ਕਰ ਸਕਦੇ ਹੈ? ਜਦੋਂ ਅਸੀਂ ਇਸ ਕਿਸਮ ਦੀਆਂ ਗੱਲਾਂ ਨੂੰ ਦੇਖਦੇ ਹਾਂ ਤਾਂ ਅਸੀਂ ਇਹ ਮੰਨ ਲੈਂਦੇ ਹਾਂ ਕਿ ਭਾਵੇਂ ਜਿਹੜੇ ਕਿਸਾਨ ਹੈ ਉਹ ਸਿਆਸੀ ਪਾਰਟੀ ਬਣਾ ਕੇ, ਇਹਦਾ ਤਾਂ ਮੈਂ
ਇਹ ਕਹਿ ਰਹੇ ਹਾਂ ਕਿ ਇਹ ਸੰਭਵ ਨਹੀਂ ਕਿ ਸਿਆਸੀ ਪਾਰਟੀ ਉਸ ਰੂਪ ਦੇ ਵਿੱਚ ਬਣਾ ਕੇ ਰਜਿਸਟਰ ਕਰਕੇ ਉਹ ਚੋਣ ਲੜਨ, ਪਰ ਇਹ ਜ਼ਰੂਰ ਸੰਭਵ ਹੈ ਕਿ ਸਿਆਸੀ ਪਾਰਟੀਆਂ ਦੇ ਵਿੱਚ ਉਹਨਾਂ ਦੇ ਕੈਂਡੀਡੇਟ ਜਾ ਸਕਦੇ ਆ, ਉਹਨਾਂ ਦੇ ਕੈਂਡੀਡੇਟ ਆਜ਼ਾਦ ਤੌਰ ਤੇ ਚੋਣ ਲੜ ਸਕਦੇ ਆ। ਇਸ ਕਿਸਮ ਦੀਆਂ ਗੱਲਾਂ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ। ਪਰ ਜੇ ਅਸੀਂ ਇਹਦੇ ਭਵਿੱਖ ਦੀ ਗੱਲ ਕਰੀਏ ਤਾਂ ਜਦੋਂ ਅਸੀਂ ਇਮੀਡੀਏਟਲੀ ਕਿਸੇ ਬੰਦੇ ਨੂੰ ਪਰਖੇ ਤੋਂ ਬਿਨਾਂ ਸਿਆਸਤ ਦੇ ਵਿੱਚ ਆਪਣਾ ਪ੍ਰਤੀਨਿਧ ਬਣਾ ਕੇ ਭੇਜ ਦਿੰਦੇ ਆ ਤਾਂ ਕਈ ਵਾਰੀ ਉਹਦੇ ਨਤੀਜੇ ਪੰਜਾਬ ਦੇ ਵਿੱਚ ਅਸੀਂ ਦੇਖਿਆ ਬੜੇ ਮਾਰੂ ਨਿਕਲਦੇ ਆ। ਲੋਕਾਂ ਨੇ ਪੰਜਾਬ ਦੇ ਵਿੱਚੋਂ, ਖਾਸ ਕਰਕੇ ਮਾਲਵੇ ਦੇ ਵਿੱਚੋਂ, ਕੁਝ ਐਮਐਲਏ ਬਣਾ ਕੇ ਭੇਜੇ ਕਿ ਇਹ ਆਮ ਵਿਅਕਤੀ ਦੀ ਗੱਲ ਕਰਨਗੇ, ਲੋਕਪਾਲ ਦੀ ਗੱਲ ਕਰਨਗੇ, ਮੁਹੱਲਾ ਕਲੀਨਿਕ ਦੀ ਗੱਲ ਕਰਨਗੇ। ਆਮ ਆਦਮੀ ਪਾਰਟੀ ਦੇ ਬਣੇ ਹੋਏ ਨੇਤਾ, ਬਣੇ ਹੋਏ ਐਮਐਲਏ, ਜਿੱਤੇ ਹੋਏ ਐਮਐਲਏ ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਸਮੇਂ ਬਾਅਦ ਪਾਲਾ ਬਦਲ ਕੇ ਕਾਂਗਰਸ ਦੇ ਨਾਲ ਜਾ ਬੈਠੇ, ਜਿਨ੍ਹਾਂ ਦੇ ਵਿਰੋਧ ਦੇ ਵਿੱਚੋਂ ਚੋਣ ਲੜ ਰਹੇ ਸੀ। ਇਸੇ ਤਰੀਕੇ ਨਾਲ ਹਲੇ ਤੱਕ ਨਿੱਤਰਵੇਂ ਰੂਪ ਦੇ ਵਿੱਚ ਅਕਾਲੀਆਂ ਕੋਲੇ ਕੋਈ ਇਸ ਕਿਸਮ ਦੇ ਸਿਵਾਏ ਉਹਨਾਂ ਦੇ ਪੱਕੇ ਕੇਡਰ ਤੋਂ ਕੋਈ ਇਦਾਂ ਦੇ ਬੰਦੇ ਸ਼ਾਇਦ ਲੱਭਣੇ ਮੁਸ਼ਕਲ ਪੇਸ਼ ਆਵੇ ਉਹਨਾਂ ਨੂੰ ਲੱਭਣ ਦੇ ਵਿੱਚ, ਜਿਨ੍ਹਾਂ ਤੇ ਉਹ ਵਿਸ਼ਵਾਸ ਕਰ ਸਕਣ ਕਿ ਇਹ ਬਕਾਇਦਾ ਰੂਪ ਦੇ ਵਿੱਚ ਕਿਸਾਨੀ ਦੇ ਮੁੱਦੇ ਚੱਕ ਸਕਣਗੇ। ਬਾਕੀ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਕਿਸਾਨੀ ਦੇ ਜਿਹੜੇ ਲੀਡਰ ਹੈ ਉਹਨਾਂ ਦੇ ਨਾਲ ਖੇਤਰੀ ਪੱਧਰ ਤੇ, ਵੱਡੇ ਪੱਧਰ ਤੇ ਲੋਕ ਜੁੜੇ ਹੋਏ ਆ। ਉਹ ਕੋਈ ਦੋ ਰਾਵਾਂ ਨਹੀਂ ਕਿ ਉਹ ਵਿਧਾਨ ਸਭਾ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨਗੇ। ਇਸ ਗੱਲ ਦੀ ਸੰਭਾਵਨਾ ਬਹੁਤ ਵੱਡੀ ਪਈ ਹੋਈ ਹੈ। ਜਿਸ ਤਰੀਕੇ ਨਾਲ ਦਲਿਤ ਦਾ ਕਾਰਡ ਖੇਡਣ ਵਾਸਤੇ ਕਾਂਗਰਸ ਨੇ, ਬੀਜੇਪੀ ਨੇ, ਅਕਾਲੀ ਦਲ ਨੇ ਉਸ ਕਿਸਮ ਦੀ ਉਹਨਾਂ ਵਿਅਕਤੀਆਂ ਦੀ ਚੋਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੋ ਸਕਦਾ ਕਿਸਾਨੀ ਦੇ ਵਿੱਚੋਂ ਵੀ ਜਦੋਂ ਵੱਡਾ ਵੋਟ ਬੈਂਕ ਦੇਖਿਆ ਤਾਂ ਜੇ ਇਹ ਸਮਝੌਤਾ ਹੋ ਜਾਂਦਾ ਜਾਂ ਕੋਈ ਪੋਜ਼ਿਟਿਵ ਸਾਈਡ ਤੇ ਗੱਲ ਚਲੀ ਜਾਂਦੀ ਹੈ ਤਾਂ ਜਿਹੜੀਆਂ ਸਾਡੀਆਂ ਤਿੰਨੇ ਵੱਡੀਆਂ ਰਾਜਨੀਤਿਕ ਧਿਰਾਂ ਇਹ ਕਿਸਾਨੀ ਦੇ ਨੇਤਾਵਾਂ ਨੂੰ ਆਪਣੇ ਵੱਲੋਂ ਹੀ ਟਿਕਟ ਦੇ ਦੇਣ, ਕਿਉਂਕਿ ਕੁਝ ਉਹਨਾਂ ਦੇ ਕਾਡਰ ਦੇ ਨਾਲ ਜੁੜੇ ਹੋਏ ਹੈ ਜਾਂ ਜਿਨ੍ਹਾਂ ਦੇ ਨਾਲ ਉਹਨਾਂ ਦੀ ਵਿਚਾਰਧਾਰਕ ਸਹਿਮਤੀ ਬਣਨ ਦੀਆਂ ਸੰਭਾਵਨਾਵਾਂ। ਫਾਰ ਐਗਜ਼ਾਮਪਲ ਆਮ ਆਦਮੀ ਪਾਰਟੀ ਹੈ, ਉਹ ਜੇ ਸਮਝੌਤਾ ਹੋ ਜਾਂਦਾ 10 ਕਿਸਾਨ ਲੀਡਰਾਂ ਨੂੰ ਹੀ ਉਦਾਹਰਨ ਵਜੋਂ ਆਪਣੀ ਟਿਕਟ ਦੇ ਦਿੰਦੀ ਹੈ। ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਕਿ ਕਿਸਾਨਾਂ ਦੀ ਪਾਰਟੀ ਹੈ, ਖੇਤਰੀ ਪਾਰਟੀ ਹੈ, ਉਹ ਵੀ ਇਸ ਕਿਸਮ ਦਾ ਇਨਸਟੈਂਸ ਲੈ ਸਕਦੇ ਆ। ਇਸ ਕਰਕੇ ਹਲੇ ਅਸੀਂ ਇਹ ਕਹਿੰਦੇ ਹਾਂ ਕਿ ਚੋਣ ਲੜਨ ਦੀਆਂ ਸੰਭਾਵਨਾਵਾਂ ਬਹੁਤ ਪਈਆਂ ਹੋਈਆਂ ਤੇ ਨਾ ਲੜਨ ਦੇ ਪਿੱਛੇ ਵੀ ਉਨੇ ਹੀ ਤਰਕ ਪਏ ਹੋਏ ਆ। ਇਹ ਆਉਣ ਵਾਲੇ ਦਿਨਾਂ ਦੀ ਜਿਹੜੀ ਹਾਲਾਤ ਹੈ ਪੰਜਾਬ ਦੇ ਉਹ ਦੱਸਣਗੇ ਕਿ ਕੀ ਹੋ ਸਕਦਾ ਹੈ, ਕਿਵੇਂ ਹੋ ਸਕਦਾ ਹੈ ਤੇ ਕਿਸ ਪ੍ਰਕਾਰ ਹੋ ਸਕਦਾ ਹੈ। ਜੀ ਸੰਧੂ ਸਾਹਿਬ, ਜਿਹੜੀ ਗੱਲ ਡਾਕਟਰ ਕੇਰ ਸਿੰਘ ਨੇ ਉਠਾਈ ਸੀ, ਤੁਸੀਂ ਵੀ ਕਹੀ ਹੈ, ਇਹ ਗੱਲ ਆਈ ਹੈ ਕਿ ਇਸ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਦਿੱਲੀ ਗਏ ਨੇ ਤੇ ਜਿਸ ਨਤੀਜੇ ਤੇ ਸਮਝੌਤਾ ਹੋ ਰਿਹਾ ਹੈ, ਪਹੁੰਚਿਆ ਜਿਹੜੀ ਗੱਲਬਾਤ, ਕਿਹਾ ਜਾ ਰਿਹਾ ਹੈ ਕਿ ਐਮਐਸਪੀ ਦੀ ਗਰੰਟੀ ਤੇ 3 ਸਾਲ ਲਈ ਰੋਕ, ਮਤਲਬ 24 ਤੱਕ, ਅਗਲੀ ਇਲੈਕਸ਼ਨ ਤੱਕ। ਇੱਥੇ ਤੱਕ ਗੱਲ ਪਤਾ ਲੱਗਿਆ, ਸੂਤਰ ਇਹ ਕਹਿੰਦੇ ਨੇ ਜਿਹੜੀ ਅਸੀਂ ਪੱਤਰਕਾਰੀ 'ਚ ਕਹਿੰਦੇ ਹੁੰਦੇ ਆ ਕਿ ਕੈਪਟਨ ਸਾਹਿਬ ਸਾਲਸਪਣਾ ਜਿਹੜਾ ਹੈ ਕਰ ਰਹੇ ਨੇ। ਤਾਂ ਦੇਖਦੇ ਹਾਂ ਕਹਾਣੀ ਕਿੱਧਰ ਨੂੰ ਜਾਂਦੀ ਹੈ। ਹਾਲ ਦੀ ਘੜੀ ਦਾ ਅਸੀਂ ਚਰਚਾ ਇਹ ਕਰ ਰਹੇ ਹਾਂ ਕਿ ਜੋ ਚਲੂਨੀ ਸਾਹਿਬ ਕਹਿ ਰਹੇ ਨੇ ਅਸੀਂ ਪਾਰਟੀ ਬਣਾ ਕੇ ਇਲੈਕਸ਼ਨ ਲੜਾਂਗੇ, ਉਹਤੇ ਚਰਚਾ ਕਰ ਰਹੇ ਹਾਂ ਤੇ ਚਰਚਾ ਜਾਰੀ ਰੱਖਾਂਗੇ। ਬਸ ਇੱਕ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਡਾਕਟਰ ਰਜਿੰਦਰਪਾਲ ਬਰਾੜ, ਮੰਨ ਲਈਏ ਕਿ ਸਮਝੌਤਾ ਨਹੀਂ ਹੁੰਦਾ ਤੇ ਫਿਰ ਕਿਸ ਤਰੀਕੇ ਨਾਲ ਕਿਸਾਨਾਂ ਨੂੰ ਇਲੈਕਸ਼ਨ ਦੇ, ਹੁਣ ਤੱਕ ਤਾਂ ਉਹਨਾਂ ਨੇ ਚਲੋ ਮੰਨ ਲਿਆ, ਚਲੋ ਜਦੋਂ ਇਲੈਕਸ਼ਨ ਕਮਿਸ਼ਨ ਕਹਿ ਦਿੰਦਾ ਹੈ ਕਿ ਜੀ ਇੰਨੀ ਤਰੀਕ ਨੂੰ ਇਲੈਕਸ਼ਨ ਹੋ, ਜਾਬਤਾ ਲੱਗ ਜਾਂਦਾ ਹੈ, ਸਮਝੌਤਾ ਹੁੰਦਾ ਨਹੀਂ, ਅੰਦੋਲਨ ਚੱਲ ਰਿਹਾ ਹੈ, ਕੀ ਨਜ਼ਰ ਆਉਂਦਾ ਹੈ ਉਦੋਂ ਕਿਸਾਨ ਕੀ ਕਰਨ ਜਾਂ ਕਿਸ ਪਾਸੇ ਨੂੰ ਜਾਣ? ਦੇਖੋ, ਦੋ ਬੜੀਆਂ ਕਲੀਅਰ ਸਥਿਤੀਆਂ। ਇੱਕ ਇਹ ਕਿ ਜਿਸ ਤਰ੍ਹਾਂ ਲੱਗਦਾ ਹੈਗਾ ਕਿ ਸਮਝੌਤਾ ਹੋ ਜੂ, ਉਹ ਸਮਝੌਤੇ ਦੇ ਵਿੱਚ ਜਿਹੜੀ ਮਰਜ਼ੀ ਸਿਆਸੀ ਪਾਰਟੀ ਜ਼ੋਰ ਲਾਵੇ, ਪਰ ਖੀਰ ਯਾਨੀ ਕਿ ਸਮਝੌਤਾ ਉਹ ਕਿਸਾਨ ਸੰਗਠਨਾਂ ਨਾਲ ਹੀ ਕਰਨਾ ਪੈਣਾ ਹੈ। ਇਸ ਤੋਂ ਬਾਅਦ ਬਾਕੀ ਜਿਹੜਾ ਮੌਜੂਦਾ ਅੰਦੋਲਨ ਦਾ ਰੂਪ ਆ ਉਹ ਤੇ ਖਤਮ ਹੋ ਜਾਊਗਾ। ਦੂਸਰੇ ਪਾਸੇ ਇਹ ਕਿ ਜੇ ਉਦੋਂ ਤੱਕ ਅੰਦੋਲਨ ਚੱਲਦਾ ਹੈ ਤੇ ਕੀ ਰਾਹ ਬਣੂਗਾ, ਕੀ ਗੱਲ ਬਣੂਗੀ। ਤੁਹਾਡਾ ਸਵਾਲ ਇਸ ਨਾਲ ਸੰਬੰਧਿਤ ਆ। ਜਿੱਥੇ ਤੱਕ ਇਹ ਹੈ ਕਿ ਮੇਰੀ ਪ੍ਰੈਡਿਕਸ਼ਨ ਆ, ਜੋ ਮੈਨੂੰ ਜਾਪ ਰਿਹਾ ਹੈਗਾ ਕਿ ਵੱਧ ਇਸੇ ਗੱਲ ਦੀ ਸੰਭਾਵਨਾ ਲੱਗਦੀ ਕਿ ਉਦੋਂ ਪਹਿਲਾਂ ਸਮਝੌਤਾ ਹੋ ਜੂ। ਜੇ ਸਮਝੌਤਾ ਨਹੀਂ ਹੁੰਦਾਗਾ, ਲੱਗਦਾ ਇਹ ਆ ਕਿ ਜਿਸ ਤਰ੍ਹਾਂ ਹੋਰ ਤਿਉਹਾਰ ਲੰਘ ਗਏ, ਜਿਸ ਤਰ੍ਹਾਂ ਹੋਰ ਸਥਾਨਕ ਚੋਣਾਂ ਲੰਘ ਗਈਆਂ, ਜਿਸ ਤਰ੍ਹਾਂ ਬੰਗਾਲ ਦੀਆਂ ਚੋਣਾਂ ਲੰਘ ਗਈਆਂ, ਆਈ ਉਹ ਚੋਣਾਂ ਆਉਣਗੀਆਂ ਤੇ ਚੋਣਾਂ ਉਹ ਲੜੀਆਂ ਜਾਣਗੀਆਂ। ਪਰ ਉਹਨਾਂ ਚੋਣਾਂ ਦੇ ਵਿੱਚ ਕਿਸਾਨ ਕੀ ਕਰਨਗੇ,
ਉਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਦੋਂ ਤੱਕ ਜਿਹੜੀਆਂ ਪੋਲੀਟੀਕਲ ਪਾਰਟੀਆਂ ਹਰ ਰੋਜ਼ ਰੰਗ ਬਦਲਦੀਆਂ, ਉਦੋਂ ਤੱਕ ਬਦਲ ਕੇ ਕਿਹੜੇ ਮੁੱਦੇ ਨੂੰ, ਕਿਸਾਨੀ ਦੇ ਕਿਹੜੇ ਮੁੱਦੇ ਨੂੰ ਭਾਵਨਾਤਮਕ ਬਣਾ ਕੇ ਆਪਣਾ ਆਪ ਉਹਦੇ ਨਾਲ ਵਧੇਰੇ ਜੋੜ ਸਕਣਗੀਆਂ। ਕੀ ਅਕਾਲੀ ਦਲ ਕੋਈ ਵੱਧਵਾਂ ਸਟੈਪ ਲੈ ਕੇ ਇਸ ਗੱਲ ਨੂੰ ਜੋੜ ਸਕੂਗਾ ਜਾਂ ਆਮ ਆਦਮੀ ਪਾਰਟੀ ਜੋੜ ਸਕੂਗੀ? ਅੱਜ ਦੀ ਸਥਿਤੀ ਦੇ ਵਿੱਚ ਸੰਭਾਵਨਾ ਇਹ ਲੱਗਦੀ ਆ ਕਿ ਕਾਂਗਰਸ ਜਿੰਨਾ ਕੁਝ ਕਰ ਚੁੱਕੀ ਆ ਤੇ ਅਕਾਲੀ ਦਲ ਜਿੰਨਾ ਕੁਝ ਕਰ ਚੁੱਕਿਆ, ਇਦੋਂ ਵਧੇਰੇ ਉਹ ਨਹੀਂ ਕਰ ਸਕਦਾ। ਪਰ ਆਮ ਆਦਮੀ ਪਾਰਟੀ ਦੇ ਕੋਲ ਵਾਅਦੇ ਕਰਨ ਲਈ ਵੀ ਵਧੇਰੇ ਆ, ਲਾਰੇ ਲਾਉਣ ਲਈ ਵੀ ਵਧੇਰੇ ਆ, ਤੇ ਉਹਦੇ ਕੋਲ ਟਿਕਟਾਂ ਦੇਣ ਦੀ ਸਮਰੱਥਾ ਵੀ ਵਧੇਰੇ ਪਈ ਆ। ਕਿਉਂਕਿ ਜਿੱਥੋਂ ਤੱਕ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਕਿਸੇ ਨੂੰ ਵੀ ਟਿਕਟ ਦੇਤੀ ਤਾਂ ਉਹ ਕਾਡਰ ਨਹੀਂ ਨਾਲ ਤੁਰੂਗਾ ਕਿ ਉਹ ਕਿਸਾਨਾਂ ਨੂੰ ਟਿਕਟ ਦੇ ਦੇਣ ਤੇ ਉਹਨਾਂ ਨਾਲ ਬੰਦਾ ਤੁਰ ਪਊਗਾ। ਹਾਂ, ਆਮ ਆਦਮੀ ਪਾਰਟੀ ਉਹਨਾਂ ਨੂੰ ਟਿਕਟਾਂ ਦੇ ਸਕਦੀ ਆ। ਦੂਸਰਾ ਕਿ ਜਿਹੜਾ ਸਮਝੌਤਾ ਹੋਣਾ ਹੈ ਜਾਂ ਜਿਹੜੀ ਗੱਲਬਾਤ ਵਾਪਰਨੀ ਆ, ਉਹਦੇ ਵਿੱਚ ਪੰਜਾਬ ਵੱਡਾ ਫੈਕਟਰ ਨਹੀਂ ਆ, ਉਹਦੇ ਵਿੱਚ ਵੱਡਾ ਫੈਕਟਰ ਯੂਪੀ ਬਣਨਾ। ਯੂਪੀ ਕਿਉਂ ਵੱਡਾ ਫੈਕਟਰ ਬਣਨਾ? ਇਸ ਕਰਕੇ ਪੰਜਾਬ ਦੇ ਜਿਹੜੇ ਕਿਸਾਨ ਨੇਤਾ ਨੇ ਉਹਨਾਂ ਦੀ ਇੱਕ ਮਜਬੂਰੀ ਬਣ ਜਾਣੀ ਆ ਕਿ ਜੋ ਕੁਝ ਚੜੂਨੀ ਜਾਂ ਰਕੇਸ਼ ਟਕੈਤ ਜਿਸ ਕਿਸਮ ਦਾ ਸਮਝੌਤਾ ਕਰਨਗੇ, ਉਹਨਾਂ ਨੂੰ ਨਾ ਚਾਹੁੰਦੇ ਉਹਦੇ ਨਾਲ ਸਹਿਮਤ ਹੋਣਾ ਪੈਣਾ। ਕਿਉਂਕਿ ਹੁਣ ਜਿਸ ਪੱਧਰ ਤੇ ਪਹੁੰਚ ਚੁੱਕਿਆ ਹੈਗਾ, ਪੰਜਾਬ ਦੀਆਂ ਜਿਹੜੀਆਂ ਮੁੱਢਲੀਆਂ 32 ਕਿਸਾਨ ਜਥੇਬੰਦੀਆਂ ਉਹ ਕੋਈ ਵੱਖਰੇ ਤੌਰ ਤੇ ਫੈਸਲਾ ਨਹੀਂ ਲੈ ਸਕਣਗੀਆਂ। ਇਸ ਸਥਿਤੀ ਦੇ ਵਿੱਚ ਚੋਣਾਂ ਦਰਮਿਆਨ ਕੀ ਹੁੰਦਾ ਜਾਂ ਚੋਣਾਂ ਸਮੇਂ ਕੀ ਹੁੰਦਾ, ਮੈਨੂੰ ਲੱਗਦਾ ਹੈ ਕਿ ਜਿੰਨੀ ਤੇਜ਼ੀ ਨਾਲ ਸੰਸਾਰ ਬਦਲ ਰਿਹਾ, ਅੱਜ ਇਹਦੇ ਬਾਰੇ ਕੁਝ ਵੱਡੀ ਗੱਲ ਕਹਿਣੀ ਸੰਭਵ ਨਹੀਂ ਕਿ ਉਸ ਸਮੇਂ ਤੱਕ ਕੀ ਹੋਵੇਗਾ। ਜੀ ਬਰਾੜ ਸਾਹਿਬ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਰ ਅਸੀਂ ਅੱਜ ਦੀ ਜਿਹੜੀ ਸਿਚੁਏਸ਼ਨ ਹੈ ਅਸਲ ਉਹ ਤੇ ਡਿਸਕਸ ਕਰ ਰਹੇ ਹਾਂ, ਉਹ ਤੇ ਚਰਚਾ ਕਰ ਰਹੇ ਹਾਂ ਕਿ ਚੜੂਨੀ ਸਾਹਿਬ ਜਿਸ ਤਰੀਕੇ ਨਾਲ ਐਕਟੀਵਿਟੀ ਵਧਾਈ ਹੈ, ਕਦੇ ਫਰੀਦਕੋਟ, ਕਦੇ ਅਲੱਗ-ਅਲੱਗ ਥਾਵਾਂ ਦੇ ਪੰਜਾਬ 'ਚ ਜਾ ਕੇ ਬਿਆਨ ਵੀ ਦੇ ਰਹੇ ਨੇ ਔਰ ਐਲਾਨ ਵੀ ਕਰਤਾ ਵੀ ਚੋਣਾਂ ਲੜਾਂਗੇ। ਡਾਕਟਰ ਕੇਰ ਸਿੰਘ ਜੀ, ਮੈਂ ਫਿਰ ਤੁਹਾਡੇ ਕੋਲ ਆਉਣਾ ਹੈ। ਲਾਸਟ ਟਿੱਪਣੀ ਤੁਹਾਡੀ ਹੈ ਇਸ ਸਾਰੀ ਸਿਚੁਏਸ਼ਨ ਬਾਰੇ, ਕਿਵੇਂ ਹੈ ਤੁਹਾਡਾ? ਵਾਲੀਆ ਸਾਹਿਬ, ਮੈਂ ਦੋ ਗੱਲਾਂ ਨਾ, ਇੱਕ ਤਾਂ ਸਿਧਾਂਤਕ ਤੌਰ ਤੇ ਹੀ ਮੈਂ ਸਮਝਦਾ ਹਾਂ ਕਿ ਇੱਕ ਪ੍ਰੈਸ਼ਰ ਗਰੁੱਪ ਪੋਲਿਟਿਕਸ, ਜਿਸ ਤਰ੍ਹਾਂ ਪਹਿਲਾਂ ਮੈਂ ਜ਼ਿਕਰ ਕਰ ਰਿਹਾ ਸੀਗਾ, ਤੇ ਪੋਲੀਟੀਕਲ ਪਾਰਟੀਜ਼ ਦੀ ਜਿਹੜਾ ਚੱਲਣ ਹੈ ਉਹ ਭਿੰਨ ਹੁੰਦਾ ਹੈ ਔਰ ਇਹਨਾਂ ਦੋਨਾਂ ਨੂੰ ਰਲਗੱਡ ਆਪਾਂ ਕਰ ਨਹੀਂ ਸਕਦੇ। ਮੈਂ ਸਮਝਦਾ ਇਹ ਹੈ ਕਿ ਇਹ ਦੋਨੋਂ ਹੀ ਵੱਖਰੇ ਰੱਖਣੇ ਚਾਹੀਦੇ ਹੈ, ਔਰ ਜੇ ਤੁਸੀਂ ਰਲਗੱਡ ਕਰਦੇ ਹੋ ਤੇ ਇਹਦੇ ਵਿੱਚੋਂ ਮੈਨੂੰ ਲੱਗਦਾ ਹੈ ਕਿ ਸੰਭਾਵਨਾਵਾਂ ਸਕਸੈਸ ਦੀਆਂ ਘੱਟ ਹੁੰਦੀਆਂ, ਬਹੁਤ ਘੱਟ ਮੈਨੂੰ ਲੱਗਦਾ। ਇੱਕ ਤਾਂ ਮੁੱਢਲੀ ਮੇਰੀ ਟਿੱਪਣੀ ਇਹਦੇ ਬਾਰੇ ਇਹ ਹੈ, ਔਰ ਇਹ ਨਹੀਂ ਕਰਨਾ ਚਾਹੀਦਾ। ਸਪੋਜ਼ ਇਹ ਇਲੈਕਸ਼ਨ ਲੜਦੇ ਆ, ਹੁਣ ਤੁਸੀਂ ਦੇਖੋ ਇਹਦੇ ਵਿੱਚ ਤਿੰਨ ਧਿਰਾਂ ਮੁੱਖ ਤੌਰ ਤੇ ਹੈਗੀਆਂ। ਇੱਕ ਤੇ ਹੈਗੀ ਆ ਜਿਹੜੀਆਂ ਲੈਫਟ ਵਾਲੀਆਂ ਪਾਰਟੀਆਂ ਦਾ, ਉਹ ਆਲਮੋਸਟ ਲੈਫਟ ਵਿੰਗ ਜਾਂ ਕਾਡਰ ਹੀ ਹੈਗਾ ਉਹਨਾਂ ਦੇ ਵਿੱਚ। ਉਹ ਕੀ ਕਰਨਗੇ? ਜੇ 32 ਦੇ 32 ਇਕੱਠੇ ਰਹਿੰਦੇ ਹੈ, ਆਫਟਰ ਆਲ ਆਪਾਂ ਮੰਨ ਲਿਆ ਚਲੋ ਇਕੱਠੇ ਵੀ ਰਹਿੰਦੇ ਹੈ, ਤੇ ਲੈਫਟ ਵਾਲਿਆਂ ਦੀ ਹੋਰ ਧਾਰਨਾ ਹੋਗੀ, ਜਿੱਥੇ ਲੈਫਟ ਵਾਲੇ ਖੜੇ ਹੋਣਗੇ ਧਰਾਤਲ ਦੇ ਵਿੱਚ ਇਹ ਹੈ ਕਿ ਲੈਫਟ ਦੀ ਓਨੀ ਮਕਬੂਲੀਅਤ ਕੁਝ ਖਿੱਤਿਆਂ ਵਿੱਚ ਹੈ ਨਹੀਂ ਗੀ। ਉਹ ਵੋਟਾਂ 'ਚ ਟਰਾਂਸਫਰ ਹੁੰਦੀ ਹੈ, ਟਰਾਂਸਲੇਟ ਹੁੰਦੀ ਹੈ ਕਿ ਨਹੀਂ ਹੁੰਦੀ, ਇਹ ਇਸ਼ੂ ਸਾਡੇ ਸਾਹਮਣੇ ਰੱਖਿਆ ਖੜਾ ਹੈ। ਦੂਸਰਾ ਹੈਗਾ ਹੈ ਕਿ ਇਹਦੇ ਵਿੱਚ ਕੋਈ ਸਿੱਖ ਖਾੜਕੂ ਕਿਸਮ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਵੀ ਇਸ ਵੇਲੇ ਪੂਰੇ ਜ਼ੋਰ ਨਾਲ ਸ਼ਾਮਲ ਹਨ ਇਹਦੇ ਵਿੱਚ, ਨਿਹੰਗ ਜਥੇਬੰਦੀਆਂ ਵਿੱਚ ਜਿਸ ਤਰ੍ਹਾਂ ਆਪਾਂ ਕਹਿ ਰਹੇ ਹੋਏ ਹਾਂ, ਭਲਾ ਉਹਨਾਂ ਦਾ ਐਟੀਟਿਊਡ ਕੀ ਹੋਣਾ ਹੈ ਔਰ ਉਹ ਕਿਸ ਤਰ੍ਹਾਂ ਭੁਗਤਦੀਆਂ। ਔਰ ਤੀਸਰਾ ਹੈਗਾ ਕਿ ਜਿਨ੍ਹਾਂ ਦੀਆਂ ਵੱਖ-ਵੱਖ ਪਾਰਟੀਆਂ ਦੇ ਨਾਲ ਸਿੰਪਥੀਜ਼ ਹੈਗੀਆਂ, ਇਹਦੀ ਕਿਸਾਨ ਮੋਰਚੇ ਦੀ ਲੀਡਰ ਜਿਹੜੇ ਹੈਗੇ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹਾਂ, ਉਹਨਾਂ ਦੀਆਂ ਵੱਖ-ਵੱਖ ਪਾਰਟੀਆਂ ਦੇ ਨਾਲ ਨਿੱਜੀ ਜਿਹੜੀਆਂ ਹੈਗੀਆਂ ਸਾਂਝਾਂ ਹੈਗੀਆਂ ਵੱਖ-ਵੱਖ ਪਾਰਟੀਆਂ ਨਾਲ, ਉਹ ਕੀ ਕਰਨਗੇ। ਸੋ ਮੈਨੂੰ ਲੱਗਦਾ ਇਹ ਹੈ ਕਿ ਇਹ ਰਾਹ ਜੇ ਨਾ ਹੀ ਤੁਰਨ ਤੇ ਚੰਗੀ ਗੱਲ ਹੈ। ਇਹ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਚੱਲਣ ਔਰ ਪਾਰਟੀਆਂ ਨੂੰ ਮਜਬੂਰ ਕਰਨ ਕਿ ਵੀ ਆਹ ਮੁੱਦੇ ਹੈਗੇ ਜਿਹੜੇ ਸਾਡੇ ਕੇਂਦਰੀ ਮੁੱਦੇ, ਇਹ ਤੁਸੀਂ ਆਪਣੇ ਮੈਨੀਫੈਸਟੋ 'ਚ ਰੱਖੋ, ਇਹਨਾਂ ਦੇ ਦੁਆਲੇ ਇਲੈਕਸ਼ਨ ਲੜੋ ਔਰ ਇਹਨਾਂ ਤੇ ਪਹਿਰਾ ਦਿਓ। ਜੇ ਨਹੀਂ ਦਿਓਗੇ ਤੇ ਅਸੀਂ ਤੁਹਾਡੀ ਮੁਖਾਲਫਤ ਕਰਾਂਗੇ। ਇਹ ਪ੍ਰੈਸ਼ਰ ਰੱਖ ਕੇ ਮੈਨੂੰ ਲੱਗਦਾ ਕਿ ਸਿੱਧਾ ਤੌਰ ਤੇ ਇਹ ਪੋਜੀਸ਼ਨ ਬੈਟਰ ਹੈ। ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਵਾਲੀਆ ਸਾਹਿਬ, ਉਹ ਇਹ ਹੈ ਕਿ ਇਸ ਵੇਲੇ ਜਿਹੜੀ ਸਮੱਸਿਆ ਹੈਗੀ ਆ, ਆਪਾਂ ਹਾਈਪੋਥੈਟਿਕਲ ਮੰਨ ਰਹੇ ਹਾਂ ਵੀ ਇਹ ਹੱਲ ਨਹੀਂ ਹੁੰਦਾ। ਜੇ ਇਹ ਆਪਾਂ ਕਹੀਏ ਕਿ ਸਮਝੌਤਾ ਹੋ ਜਾਂਦਾ ਹੈ ਤੇ ਹੋਰ ਸਿਨਾਰੀਓ ਬਣਦਾ ਹੈ। ਜੇ ਸਮਝੌਤਾ ਹੋ ਜਾਂਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਕੋਈ ਕਾਡਰ ਇਹੋ ਜਿਹਾ ਵੀ ਰਹੇਗਾ ਜਿਹੜਾ ਸੰਤੁਸ਼ਟ ਨਹੀਂ ਹੋਏਗਾ, ਕਿਉਂਕਿ ਜਿਸ ਕਿਸਮ ਦੀ ਆਪਾਂ ਨੇ ਹੁਣ ਇਹ
ਇੱਕ ਲੈਵਲ ਤੇ ਆਪਾਂ ਮਾਨਸਿਕਤਾ ਕ੍ਰੀਏਟ ਕਰ ਦਿੱਤੀ ਹੋਈ ਹੈ। ਜਦੋਂ ਵੀ ਸਮਝੌਤਾ ਹੁੰਦਾ ਤੇ ਉਹ 100% ਉੱਤੇ ਸਹਿਮਤੀ ਕਦੇ ਵੀ ਨਹੀਂ ਬਣਦੀ, ਕਿਤੇ ਨਾ ਕਿਤੇ ਉਹ ਸਮਝੌਤਾ ਕਰਨਾ ਪੈਂਦਾ, ਗਿਵ ਐਂਡ ਟੇਕ ਕਰਨੀ ਪੈਂਦੀ ਹੈ। ਤੇ ਉਹਦੇ ਵਿੱਚ ਕੁਝ ਧਿਰਾਂ ਜਿਹੜੀਆਂ ਉਹ ਕ੍ਰਿਟੀਕਲ ਹੋ ਜਾਣਗੀਆਂ, ਕਿਉਂਕਿ ਆਲਰੇਡੀ ਇਹਨਾਂ ਦੇ ਵਿੱਚ ਧਿਰਾਂ ਆਪਸ ਦੇ ਵਿੱਚ ਮੁਖਾਲਫਤ ਵਾਲੀਆਂ ਹੈਗੀਆਂ, ਹਾਲਾਂਕਿ ਵਰਕਿੰਗ ਰਿਲੇਸ਼ਨ ਬਣਿਆ ਹੋਇਆ। ਔਰ ਦੂਸਰੀ ਗੱਲ ਹੈ, ਸਪੋਜ਼ ਇਹ ਹੋ ਜਾਏ ਤੇ ਸਮਝੌਤਾ ਨਾ ਹੋਵੇ, ਆਪਾਂ ਜੇ ਮੰਨਦੇ ਜੇ ਨਾ ਹੋਵੇ ਸਮਝੌਤਾ, ਤੇ ਫਿਰ ਮੈਨੂੰ ਲੱਗਦਾ ਇਹੀ ਹੈ ਕਿ ਇਹ ਵੱਖ-ਵੱਖ ਧਿਰਾਂ ਜਿਹੜੀਆਂ ਵੱਖ-ਵੱਖ ਪਾਸੇ ਖਿੱਚਣਗੀਆਂ ਔਰ ਇਹ ਇਕੱਠੇ ਹੋ ਕੇ ਇਲੈਕਸ਼ਨ ਨਹੀਂ ਲੜ ਸਕਣਗੇ। ਜਦੋਂ ਇਲੈਕਸ਼ਨ ਨਹੀਂ ਲੜ ਸਕਣਗੇ ਤੇ ਇਹਨਾਂ ਦਾ ਪ੍ਰਭਾਵ ਗੁਆਚ ਜਾਏਗਾ। ਸਿਆਣਪ ਇਹੀ ਹੈ ਕਿ ਇਹ ਪ੍ਰਭਾਵ ਬਣਿਆ ਰਹਿਣਾ ਚਾਹੀਦਾ, ਡਰ ਬਣਿਆ ਰਹਿਣਾ ਚਾਹੀਦਾ, ਦਾਬਾ ਬਣਿਆ ਰਹਿਣਾ ਚਾਹੀਦਾ। ਔਰ ਜਿਸ ਤਰ੍ਹਾਂ ਬਰਾੜ ਸਾਹਿਬ ਕਹਿ ਰਹੇ ਸੀ ਜਾਂ ਸੰਧੂ ਸਾਹਿਬ ਨੇ ਕਿਹਾ ਹੈ ਇਹ ਕਿ ਹੁਣ ਤੱਕ ਤੇ ਇਹੀ ਪ੍ਰਚਾਰਦੇ ਰਹੇ ਕਿ ਅਸੀਂ ਬਿਲਕੁਲ ਸਿਆਸੀ ਨਹੀਂ ਹੈ ਔਰ ਕਿਸੇ ਸਿਆਸੀ ਧਿਰ ਦੇ ਅਸੀਂ ਕਿਸੇ ਬੰਦੇ ਨੂੰ ਸਟੇਜ ਤੇ ਬੋਲਣ ਨਹੀਂ ਦੇਣਾ। ਉਹ ਆ ਕੇ ਬੈਠ ਜਾਣ, ਸਪੋਰਟ ਵਿੱਚ ਬੈਠ ਜਾਣ, ਪਰ ਉਹਨਾਂ ਨੂੰ ਨਾ ਤਾਂ ਅਸੀਂ ਸਟੇਜ ਤੇ ਬੋਲਣ ਦੇਣਾ, ਨਾ ਉਹਨਾਂ ਨੂੰ ਪਾਰਟਿਸਿਪੇਟ ਕਰਨ ਦੇਣਾ। ਇਹ ਪੈਂਤੜੇ ਨੂੰ ਭਲਾ ਹੁਣ ਇਹ ਰਿਵਰਸ ਕਿਵੇਂ ਕਰਨਗੇ? ਇਹ ਲੋਕ ਮਾਨਸਿਕਤਾ ਵਿੱਚ ਵੱਡਾ ਪ੍ਰਸ਼ਨ ਆ ਜਾਣਾ ਹੈ ਕਿ ਹੁਣ ਤੱਕ ਤੁਸੀਂ ਗਰਦਾਨਦੇ ਰਹੇ ਕਿ ਅਸੀਂ ਗੈਰ ਸਿਆਸੀ ਔਰ ਆਰਥਿਕ ਮੁੱਦਿਆਂ ਤੇ ਅਸੀਂ ਆਪਣੀ ਗੱਲ ਕਰ ਰਹੇ ਹੋਏ ਹਾਂ, ਹੁਣ ਤੁਸੀਂ ਸਿਆਸੀ ਪੈਂਤੜਾ ਲੈ ਲਿਆ ਹੋਇਆ ਹੈ, ਇਹ ਹਜ਼ਮ ਨਹੀਂ ਹੋਣਾ। ਔਰ ਤੀਸਰੀ ਗੱਲ ਨਿੱਕੀ ਜਿਹੀ ਜਿਹੜੀ ਮੈਂ ਗੱਲ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਵਾਲੀਆ ਸਾਹਿਬ, ਉਹ ਇਹ ਹੈ ਕਿ ਬਹੁਤ ਲੰਬਾ ਸਮਾਂ ਹੋ ਗਿਆ ਇਹਨਾਂ ਦਾ, ਹੁਣ ਜਿਹੜੇ ਮੁੱਦੇ ਖੜੇ ਹੋ ਗਏ ਆ, ਜਿੰਨਾ ਚਿਰ ਉਹ ਨਜਿੱਠ ਨਹੀਂ ਲੈਂਦੇ, ਫੌਰੀ ਮੁੱਦੇ ਹੈਗੇ ਆ, ਜਿਹੜਾ ਦਲਿਤ ਵਾਲਾ ਜਿਹੜਾ ਹੈਗਾ ਹੈ ਔਰ ਆਹ ਸਿੱਖ ਖਾੜਕੂ ਜਾਂ ਜਿਹੜੇ ਨਿਹੰਗ ਜਥੇਬੰਦੀਆਂ ਵਾਲੇ ਇਸ਼ੂ ਜਿਹੜੇ ਆ, ਇਹ ਪ੍ਰਸ਼ਨ ਚਿੰਨ੍ਹ ਖੜੇ ਹੋ ਗਏ ਹੋਏ ਆ। ਇਹਨਾਂ ਪ੍ਰਸ਼ਨਾਂ ਨੂੰ ਪਹਿਲਾਂ ਸੋਲਵ ਕਰਨਾ ਪੈਣਾ। ਇਸ ਸਥਿਤੀ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਸਥਿਤੀ ਤਾਂ 2-3 ਮਹੀਨੇ ਬਾਅਦ ਜਾ ਕੇ ਸਪਸ਼ਟ ਹੋਣੀ ਹੈ। ਅਜੇ ਤੇ ਕਿਆਸਰਾਈਆਂ ਹੀ ਕੀਤੀਆਂ ਜਾ ਸਕਦੀਆਂ। ਕਿਆਸਰਾਈਆਂ ਦੇ ਦੌਰ ਦੇ ਵਿੱਚ ਮੈਨੂੰ ਇਹੀ, ਮੈਂ ਬਰਾੜ ਸਾਹਿਬ ਨਾਲ ਸਹਿਮਤ ਹੈ ਕਿ ਇਹ ਬਿਲਕੁਲ ਪ੍ਰੈਸ਼ਰ ਗਰੁੱਪ ਫਰੇਮਵਰਕ 'ਚ ਹੀ ਵਿਚਰਨ। ਇਹ ਕਿਸਾਨੀ ਮੁੱਦਿਆਂ ਦੇ ਹਿੱਤ ਵਿੱਚ ਵੀ ਹੈਗਾ ਔਰ ਇਹ ਮੋਰਚੇ ਦੇ ਬੰਦਿਆਂ ਦੇ ਹਿੱਤ ਵਿੱਚ ਵੀ ਹੈਗਾ ਮੈਨੂੰ ਲੱਗਦਾ ਹੈ। ਔਰ ਇਹ ਪ੍ਰੋਡਕਟਿਵ ਵੀ ਜ਼ਿਆਦਾ ਹੋਊ ਵਾਲੀਆ ਸਾਹਿਬ। ਪ੍ਰੋਡਕਟਿਵ ਇਸ ਕਰਕੇ ਹੋਣਾ ਹੈ ਕਿ ਜਦੋਂ ਇਹ ਦਬਾਓ, ਮੇਰੀ ਤਾਂ ਪ੍ਰੇਅਰ ਵੀ ਹੈ, ਵਿਸ਼ ਵੀ ਇਹੀ ਹੈ ਕਿ ਜਿਸ ਕਿਸਮ ਦਾ ਇਹ ਪ੍ਰੈਸ਼ਰ ਬਣਿਆ ਹੋਇਆ ਹੈ, ਇਹ ਸਿਆਸਤ ਨੂੰ ਠੀਕ ਦਿਸ਼ਾ ਵਿੱਚ ਤੋਰ ਸਕਦੇ ਆ। ਤੇ ਜੇ ਇੱਕ ਧਿਰ ਬਣ ਕੇ ਖੜੇ ਕਰਦੇ ਆ ਤਾਂ ਜਿਸ ਦਿਸ਼ਾ ਵਿੱਚ ਅਸੀਂ ਸਿਆਸਤ ਨੂੰ ਤੋਰਨਾ ਚਾਹੁੰਦੇ, ਨਵੇਂ ਮੁੱਦੇ ਉਭਾਰਨਾ ਚਾਹੁੰਦੇ ਆ, ਉਹ ਭੰਬਲ ਭੂਸੇ 'ਚ ਪੈਣ ਦੀ ਸੰਭਾਵਨਾ ਵਧੇਰੇ ਹੈ ਵਾਲੀਆ ਸਾਹਿਬ। ਸੋ ਮੈਂ ਸਮਝਦਾ ਕਿ ਇਹ ਪ੍ਰੈਸ਼ਰ ਗਰੁੱਪ ਬਣਿਆ ਰਹੇ, ਨਵੇਂ ਮੁੱਦੇ ਲੋਕਾਂ ਨੂੰ ਜਾਗਰੂਕ ਹੁੰਦੇ ਰਹਿਣ, ਨਵੇਂ ਮੁੱਦੇ ਜਿਹੜੇ ਆ ਉਹ ਕੇਂਦਰ ਵਿੱਚ ਆਉਂਦੇ ਰਹਿਣ, ਤਾਂ ਉਹ ਬਹੁਤ ਵੱਡਾ ਯੋਗਦਾਨ ਹੋਏਗਾ ਇਸ ਮੂਵਮੈਂਟ ਦਾ, ਨਾ ਕਿ ਇੱਕ ਸਿਆਸੀ ਧਿਰ ਬਣ ਕੇ। ਮੈਨੂੰ ਇਉਂ ਸਮਝ ਆਉਂਦੀ ਹੈ। ਜੀ ਡਾਕਟਰ ਸਾਹਿਬ, ਜਿਹੜੀ ਗੱਲ ਤੁਹਾਡੀ ਇਹ ਗੱਲ ਸਹੀ ਲੱਗਦੀ ਹੈ ਕਿ ਇਸ ਮੂਵਮੈਂਟ ਦਾ ਜਿਹੜਾ ਯੋਗਦਾਨ ਹੈ ਉਹ ਕਾਫੀ ਜ਼ਿਆਦਾ ਹੈ। ਦੇਖੋ, ਜਿੰਨੀ ਅਵੇਅਰਨੈਸ ਇਸ ਮੂਵਮੈਂਟ ਨੇ, ਪੋਲੀਟੀਕਲ ਅਵੇਅਰਨੈਸ ਆਮ ਲੋਕਾਂ 'ਚ ਲਿਆਂਦੀ ਹੈ, ਪਹਿਲਾਂ ਇੰਨੀ ਦੇਖਣ ਨੂੰ ਨਹੀਂ ਮਿਲਦੀ ਸੀ, ਇਹ 'ਚ ਕੋਈ ਦੋ ਰਾਹ ਨਹੀਂ। ਲੇਕਿਨ ਅਸੀਂ ਜਦੋਂ ਇਹ ਚਰਚਾ ਕੀਤੀ ਅੱਜ, ਕਿਉਂ ਕੀਤੀ? ਕਿਉਂਕਿ ਲਗਾਤਾਰ ਕਿਸਾਨਾਂ ਦੇ ਵਿੱਚ, ਖਾਸ ਤੌਰ ਤੇ ਗੁਰਨਾਮ ਸਿੰਘ ਚੜੂੰਨੀ ਜਾਂ ਕਦੇ-ਕਦੇ ਯੂਪੀ ਦੇ, ਖਾਸ ਤੌਰ ਤੇ ਯੂਪੀ ਦੇ ਵਿੱਚ ਰਕੇਸ਼ ਟਕੈਤ ਦੇ ਭਰਾ ਬਾਰੇ ਇਸ ਤਰ੍ਹਾਂ ਦੇ ਗੱਲਾਂ, ਨਰੇਸ਼ ਟਕੈਤ ਬਾਰੇ ਚੱਲਦੀਆਂ ਰਹੀਆਂ ਕਿ ਉਹ ਸਿਆਸੀ ਤੌਰ ਤੇ ਇਹਨਾਂ ਦੀ ਕੰਡੀਸ਼ਨ ਹੈ। ਗੁਰਨਾਮ ਸਿੰਘ ਚੜੂੰਨੀ ਬਾਰੇ ਤਾਂ ਇਹ ਵੀ ਗੱਲ ਚੱਲ ਰਹੀ ਸੀ ਕਿ ਇਹਨਾਂ ਨੂੰ ਕੋਈ ਪੋਲੀਟੀਕਲ ਪਾਰਟੀ ਹੀ ਪਿੱਛੋਂ ਜਿਹੜਾ ਹੈ ਸਪਾਂਸਰ ਕਰ ਰਹੀ ਹੈ। ਬਹੁਤ ਕੁਝ ਜਿਹੜਾ ਅੰਦਰੋਂ ਦੀ ਚੱਲਦਾ, ਉਹ ਕਿਤੇ ਨਾ ਕਿਤੇ ਇਹਨਾਂ ਦੀ ਜਿਹੜੀ ਏਕਤਾ ਤੇ ਵੱਡੇ ਸਵਾਲ ਖੜੇ ਕਰਦਾ ਹੈ। ਜਿਹੜੇ ਪ੍ਰੈਸ਼ਰ ਗਰੁੱਪ ਦੀ ਗੱਲ ਡਾਕਟਰ ਕੇਟ ਸਿੰਘ ਕਹਿ ਰਹੇ ਸੀ, ਉਹ ਤੇ ਫਿਰ ਅਸਰ ਪੈਂਦਾ ਹੈ। ਪਰ ਦੂਜੇ ਪਾਸੇ ਇਹ ਦੇਖਣ ਦੀ ਵੀ ਲੋੜ ਹੈ ਕਿ ਜਿਹੜੇ ਲੋਕ ਉੱਠ ਰਹੇ ਨੇ, ਸੋਚ ਰਹੇ ਨੇ, ਉਹਨਾਂ ਨੂੰ ਕੁਝ ਤਾਂ ਇਸ ਨਜ਼ਰੀਏ ਤੋਂ ਪਤਾ ਲੱਗੇ ਕਿ ਇਹ ਇੰਨਾ ਸੌਖਾ ਨਹੀਂ ਹੈ ਜਿੰਨਾ ਕੋ ਸਮਝ ਕੇ ਚੱਲ ਰਹੇ ਨੇ। ਖਾਸ ਤੌਰ ਤੇ ਜਿਹੜਾ ਨਵਾਂ ਮੁੱਦਾ ਉੱਠਿਆ, ਮੈਂ ਬਾਰ-ਬਾਰ ਕਹਿ ਰਿਹਾ, ਇਸ ਮੁੱਦੇ ਨੂੰ ਭਾਰਤੀ ਜਨਤਾ ਪਾਰਟੀ ਜਾਂ ਉਹਦਾ ਮੀਡੀਆ ਬਹੁਤ ਤੇਜ਼ੀ ਨਾਲ ਉਠਾ ਰਿਹਾ ਹੈ। ਉਹਦਾ ਨੁਕਸਾਨ ਹੋ ਸਕਦਾ ਹੈ। ਕਿਸਾਨ ਜਥੇਬੰਦੀਆਂ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈ। ਲੇਕਿਨ
ਜਿਹੜੀ ਅਸੀਂ ਗੱਲ ਅੱਜ ਕੀਤੀ ਹੈ ਅੱਜ ਦੇ ਮੁੱਦੇ 'ਚ ਕੀ ਕਿਸਾਨਾਂ ਨੂੰ ਚੋਣ ਲੜਨੀ ਚਾਹੀਦੀ ਹੈ, ਜੇ ਅਸੀਂ ਇਸ ਕਿਸੇ ਨਿਸ਼ਕਰਸ਼ ਤੇ ਪਹੁੰਚਣਾ ਹੋਵੇ ਤਾਂ ਲੱਗਦਾ ਇਹ ਹੈ ਸਾਡੇ ਪੈਨਲਿਸਟ ਅੱਜ ਦੇ ਮਾਹਰ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਦੁਬਾਰਾ ਸੋਚਣ ਦੀ ਲੋੜ ਹੈ। ਹਾਲ ਦੀ ਘੜੀ ਕਿਸਾਨਾਂ ਨੂੰ ਜਿਸ ਤਰ੍ਹਾਂ ਲੜਾਈ ਲੜ ਰਹੇ ਨੇ ਸਹੀ ਲੜ ਰਹੇ, ਪਰ ਮੈਂ ਨਿੱਜੀ ਤੌਰ ਤੇ ਇਹ ਜ਼ਰੂਰ ਕਹਿਣਾ ਕਿ ਕਿਸਾਨਾਂ ਨੂੰ ਸਿਆਸੀ ਧਿਰਾਂ ਨਾਲ ਨਫ਼ਰਤ ਨਹੀਂ ਪੈਦਾ ਕਰਨੀ ਚਾਹੀਦੀ। ਉਹਨਾਂ ਨਾਲ ਭਾਵੇਂ ਦੂਰੀ ਰੱਖੋ, ਸਿਆਸਤ ਸਿੱਧੇ ਤੌਰ ਤੇ ਨਾ ਕਰੋ, ਪਰ ਉਹ ਵੀ ਜਿਹੜੇ ਹੈ ਉਹਨਾਂ ਦੇ ਰਾਹੀਂ ਹੀ ਤੁਸੀਂ ਉਹਨਾਂ ਤੇ ਪ੍ਰੈਸ਼ਰ ਪਾ ਕੇ ਕੋਈ ਵੀ ਸਿਆਸੀ ਧਿਰ ਹੋਵੇ ਉੱਤੇ ਮੰਗਾਂ ਮਨਾਓਗੇ ਜਾਂ ਮਨਾ ਸਕੋਗੇ ਭਵਿੱਖ ਦੇ ਵਿੱਚ। ਡਾਕਟਰ ਕੇਰ ਸਿੰਘ ਜੀ, ਡਾਕਟਰ ਸਤਨਾਮ ਸਿੰਘ ਸੰਧੂ ਸਾਹਿਬ, ਡਾਕਟਰ ਰਜਿੰਦਰਪਾਲ ਬਰਾੜ, ਤੁਸੀਂ ਆਏ, ਆਪਣੀ ਗੱਲ ਕਹੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਧੰਨਵਾਦ ਇਸ ਕਰਕੇ ਕਿ ਤੁਸੀਂ ਵੀ ਇਹ ਸਵਾਲ ਕਰਦੇ ਸੀ ਤੇ ਹੁਣ ਤੁਹਾਨੂੰ ਮੇਰਾ ਖਿਆਲ ਹੈ ਤੁਹਾਡੇ ਸਵਾਲਾਂ ਦੇ ਜਵਾਬ ਅੱਜ ਦੀ ਡਿਸਕਸ਼ਨ ਚੋਂ ਮਿਲ ਗਏ ਹੋਣਗੇ। ਬਹੁਤ ਬਹੁਤ ਧੰਨਵਾਦ। ਚਰਚਾ।